देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आखदा। बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪਾਰਲੀਮੈਂਟ ਦਾ ਕੱਲ ਦਾ ਦ੍ਰਿਸ਼ ਦੇਖਿਆ ਹੀ ਬਣਦਾ ਸੀਗਾ ਔਰ ਉਹਦੀਆਂ ਜਿਹੜੀਆਂ ਖਾਸ ਗੱਲਾਂ ਨੇ ਤੁਸੀਂ ਤਾਂ ਬਹੁਤ ਨੀਝ ਲਾ ਕੇ ਤੱਕਿਆ ਹੋਊਗਾ, ਲੇਕਿਨ ਕੁਝ ਕਸ਼ੀਦ ਇੰਦਰਪ੍ਰੀਤ ਔਰ ਭਾਸਕਰ ਸਾਹਿਬ ਨੇ ਕੀਤਾ ਹੈ। ਤੁਹਾਡੇ ਨਾਲ ਚੱਲਦੇ ਆ। ਆਖਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਟੈਂਡ ਉਹਨਾਂ ਨੂੰ ਪੰਜਾਬ ਦੇ ਵਿੱਚ ਕਿੰਨਾ ਸੂਟ ਕਰੂਗਾ, ਕਿੰਨਾ ਵਾਰਾ ਖਾਊਗਾ। ਇਹਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਨਿਠਵੀਂ ਗਹਿ ਕੱਚ ਗੱਲ ਕੱਲ ਉੱਥੇ ਕਿਉਂ ਨਹੀਂ ਕੋਈ ਕਰ ਸਕਿਆ। ਔਰ ਅਮਿਤ ਸ਼ਾਹ ਦੀ ਜਿਹੜੀ ਸਪੀਚ ਸੀ, ਅਮਿਤ ਸ਼ਾਹ ਜਾਂ ਉਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਨੂੰ ਪਾਸੇ ਰੱਖ ਵੀ ਲਓ, ਪਰ ਜਿਹੜੀ ਉਹਨਾਂ ਦੀ ਸਪੀਚ ਸੀ ਉਹ ਸਟੀਕ ਸੀ, ਹਮਲਾਵਰ ਸੀ, ਲੇਕਿਨ ਉਹਦੇ ਚ ਸਹਿਜਤਾ ਸੀਗੀ। ਇਹਦੇ ਵਿੱਚ ਪੱਖ ਤੇ ਤੱਥ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਮੀਨਾਕਸ਼ੀ ਲੇਖੀ ਨੇ ਧਮਕੀ ਦਿੱਤੀ ਹੈ, ਇੱਕ ਅਖਬਾਰ ਦੀ ਰਿਪੋਰਟ ਹੈ ਈਡੀ ਦੀ, ਚੁੱਪ ਕਰ ਜਾਓ, ਈਡੀ ਆ ਜਾਊ ਤੁਹਾਡੇ ਘਰੇ। ਇਹ ਸਿਆਸਤ ਉਹ ਜਿਹੜੀ ਡਰ ਚੋਂ ਖੌਫ ਚੋਂ ਨਿਕਲਦੀ ਆ, ਜਿੱਥੇ ਬੋਲਣਾ ਗਵਾਰਾ ਨਹੀਂ ਕਿਸੇ ਨੂੰ। ਸਰਕਾਰ ਦੀ ਅਪਰੋਚ ਤੇ ਵੀ ਜਾਂਦੇ ਆ, ਲੇਕਿਨ ਗਵਰਨਰ ਪੰਜਾਬ ਉਹਨਾਂ ਦੇ ਖਾਣੇ ਚੋਂ ਤੜਕੇ ਚੋਂ ਲਾਲਗੀ ਮੁੱਕ ਗਈ। ਹੁਣ ਉਹਨਾਂ ਦੀ ਲਾਲਗੀ ਮੁੱਕ ਗਈ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਹੋਰ ਲੋਕਾਂ ਨੇ ਕਿੱਦਾਂ ਤੜਕਾ ਲਾਇਆ, ਇਹਦੇ ਨਾਲ ਚੱਲਦੇ ਆ। ਵੈਸੇ ਤੁਸੀਂ ਪੰਜਾਬ ਦੇ ਵਿੱਚ ਹੋ ਤਾਂ ਕੈਮਰੇ ਤੇ ਹੋ, ਮੁਸਕਰਾਓ। ਕੈਮਰੇ ਦੀ ਨਜ਼ਰ ਚੋਂ ਚੰਡੀਗੜ੍ਹ ਵਰਗੀ ਧਾਰਾ ਵਹਿ ਸਕਦੀ ਆ, ਚਲਾਨ ਘਰੇ ਵੀ ਆ ਸਕਦਾ ਹੈ। ਇੱਕ ਪਾਰਲੀਮੈਂਟਰੀ ਕਮੇਟੀ ਹੈ, ਸਟੈਂਡਿੰਗ ਕਮੇਟੀ ਆ ਪਾਰਲੀਮੈਂਟ ਦੀ, ਉਹ ਇੱਕ ਰਿਪੋਰਟ ਟੇਬਲ ਕਰਦੀ ਆ ਪਾਰਲੀਮੈਂਟ 'ਚ 66 ਲੱਖ ਡਰੱਗ ਯੂਜ਼ਰਸ ਨੇ ਪੰਜਾਬ ਦੇ ਵਿੱਚ। ਮੇਰਾ ਤਾਂ ਮੱਥਾ ਠਣਕਦਾ ਹੈ, ਅਸੀਂ 3 ਕਰੋੜ ਨਹੀਂ ਹੋਏ ਅਜੇ, ਲੇਕਿਨ ਜੇ 66 ਲੱਖ ਡਰੱਗ ਦੀ ਵਰਤੋਂ ਕਰ ਰਹੇ ਆ ਤਾਂ ਫਿਰ ਅਸੀਂ ਕਿੱਥੇ ਖੜੇ ਆ? ਬਹੁਤ ਅਲਾਰਮਿੰਗ ਸਥਿਤੀ 'ਚ ਖੜੇ ਆ। ਇੱਕ ਕੈਬਨਿਟ ਸੈਕਟਰੀ ਨੇ ਰਾਜੀਵ ਗਾਬਾ, ਜਦੋਂ ਉਹਨਾਂ ਨੂੰ ਤੀਜੀ ਵਾਰੀ ਐਕਸਟੈਂਸ਼ਨ ਮਿਲਦੀ ਆ, ਇੱਧਰ ਅੱਖਾਂ ਲਾਲ ਹੁੰਦੀਆਂ ਜੰਜੂਆ ਸਾਹਿਬ ਦੀਆਂ, ਗੁੱਸੇ 'ਚ ਆਉਂਦੇ ਨੇ। ਉਧਰ ਕੱਲ ਵੇਨੂ ਪ੍ਰਸ਼ਾਦ ਨੂੰ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਪਾਰਟੀ ਤਾਂ ਮਿਲ ਗਈ, ਪਰ ਕਈ ਵਾਰੀ ਇਹ ਵੀ ਮੰਨਿਆ ਜਾਂਦਾ ਵੀ ਜਿਹਨੂੰ ਮੁੱਖ ਮੰਤਰੀ ਪਾਰਟੀ ਦੇ ਦੇਣ ਫਿਰ ਉਹਦਾ ਕੰਮ ਵੀ ਮੁੱਕ ਜਾਂਦਾ। ਸੋ ਖੈਰ ਆਪਾਂ ਇਹ ਸਵਾਦਾਂ ਦੇ ਵਿੱਚ ਅੱਗੇ ਚੱਲਾਂਗੇ। ਪਰਾਲੀ ਪ੍ਰਬੰਧਨ ਤੇ ਕੁਝ ਸਟੇਟਾਂ ਦੀ ਮੀਟਿੰਗ ਹੋਈ ਆ ਤੇ ਪੰਜਾਬ ਸਰਕਾਰ ਇੱਕ ਸਮਿਟ ਲੈ ਕੇ ਆ ਰਹੀ ਹੈ 11-12 ਸਤੰਬਰ ਨੂੰ। ਪੰਜਾਬ ਦੇ ਵਿੱਚ ਟੂਰਿਜ਼ਮ ਦੇ ਨਾਂ ਤੇ ਪੰਜਾਬ 'ਚ ਕੁਝ ਨਹੀਂ, ਸਿਰਫ ਅੰਮ੍ਰਿਤਸਰ ਦੇ ਵਿੱਚ ਲੋਕ ਆਉਂਦੇ ਆ, ਲੇਕਿਨ ਸਰਕਾਰਾਂ ਦਾ ਧਿਆਨ ਕਦੇ ਅੰਮ੍ਰਿਤਸਰ ਵੱਲ ਰਿਹਾ ਨਹੀਂ। ਅੰਮ੍ਰਿਤਸਰ ਦੇ MP ਔਜਲਾ ਕਹਿੰਦੇ ਆ ਵੀ ਇੱਥੇ ਤਾਂ ਗਿਰਜਾਂ ਪੈਂਦੀਆਂ ਨੇ, ਏਮਜ਼ ਆਵੇ ਉਹਨੂੰ ਪੈ ਜਾਂਦੀਆਂ ਨੇ, ਸੈਂਟਰਲ ਯੂਨੀਵਰਸਿਟੀ ਆਵੇ ਉਹਨੂੰ ਪੈ ਜਾਂਦੀਆਂ ਨੇ, ਕੋਈ ਪ੍ਰੋਜੈਕਟ ਆਵੇ ਉਹਨੂੰ ਗਿਰਜਾਂ ਵਾਂਗ ਨੋਚ ਕੇ ਪੋਲੀਟੀਸ਼ੀਅਨ ਦੂਜੇ ਖਿੱਤਿਆਂ 'ਚ ਲੈ ਜਾਂਦੇ ਆ। ਅੰਮ੍ਰਿਤਸਰ ਗੁਰੂ ਦੀ ਨਗਰੀ ਹੱਬ ਹੈ ਤੁਹਾਡੀ, ਔਰ ਇੱਥੇ ਟੂਰਿਸਟ ਆਉਂਦਾ ਹੈ, ਲੇਕਿਨ ਖਲੋਂਦਾ ਕਿਉਂ ਨਹੀਂ? ਕਿਉਂਕਿ ਉਹਦੇ ਕੋਲ ਸਿਰਫ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਕੋਈ ਜਗ੍ਹਾ ਐਸੀ ਨਹੀਂ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਪਾਰਲੀਮੈਂਟ ਦੇ ਵਿੱਚ ਕੱਲ ਜੋ ਹੁੰਦਾ, ਜਦੋਂ ਅਮਿਤ ਸ਼ਾਹ ਆਪਣਾ ਕੇਸ ਪੇਸ਼ ਕਰਦੇ ਆ ਦਿੱਲੀ ਦੀਆਂ ਸਮਾਵਾਂ ਨੂੰ ਲੈ ਕੇ, ਇੱਕ ਲੌਜਿਕ, ਇੱਕ ਤਰਕ, ਇੱਕ ਦਲੀਲ ਅੱਗੇ ਵੱਧਦੀ ਆ, ਉਹਨੂੰ ਕਾਟ ਕਰਨ ਵਾਲੀ ਦੂਜੀ ਦਲੀਲ ਮਿਸਿੰਗ ਸੀ, ਗੈਰ ਹਾਜ਼ਰ ਸੀ। ਉਧਰ ਹਰਸਿਮਰਤ ਜਦੋਂ ਇਹਦਾ ਵਿਰੋਧ ਕਰਦੇ ਆ ਤਾਂ ਇੰਜ ਲੱਗਦੇ ਆ ਕਿ ਉਹਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੋਣ, ਲੇਕਿਨ ਕਰਦੇ ਵਿਰੋਧ ਆ। ਅਕਾਲੀ ਦਲ ਨੂੰ ਇਹ ਪਾਲਿਸੀ, ਇਹ ਨੀਤੀ ਕਿੰਨੀ ਕੁ ਵਾਰਾ ਖਾਊਗੀ? ਅਕਾਲੀ ਦਲ ਕੋਲ ਹਰਸਿਮਰਤ ਕੌਰ ਇੱਕ ਵਾਰੀ ਫਿਰ ਜੋਸ਼ ਤੇ ਹੋਸ਼ ਦਾ ਪੂਰਾ ਲੀਡਰਸ਼ਿਪ ਦਾ ਨਮੂਨਾ ਪੇਸ਼ ਕਰ ਦਿੰਦੇ ਆ ਤੇ ਮੀਨਾਕਸ਼ੀ ਲੇਖੀ ਡਰਾਉਣ ਦਾ ਯਤਨ ਕਰਦੇ ਆ। ਰੌਲੇ ਪੂਰੇ ਨੇ, ਕੱਲ ਤੁਸੀਂ ਤੋਰ ਦਿਓ। ਰੰਧਾਵਾ ਸਾਹਿਬ, ਕੱਲ ਬੜੀ ਇੰਟਰਸਟਿੰਗ ਸੀਗੀ। ਜੇ ਤੁਸੀਂ ਦੇਖਿਆ ਹੋਣਾ, ਦਿੱਲੀ ਸੇਵਾਵਾਂ ਵਾਲਾ ਜਿਹੜਾ ਬਿੱਲ ਦੇ ਉੱਤੇ ਪੂਰੀ ਬਹਿਸ ਮੁੱਕੀ ਹੈ, 24 ਦੇ ਕਰੀਬ ਬੰਦੇ ਬੋਲੇ ਆ ਉਹਦੇ ਤੇ, ਔਰ ਜਦੋਂ ਬਹਿਸ ਨੂੰ ਸਮ ਅਪ ਕਰਕੇ ਬਿੱਲ ਪਾਸ ਕਰਾਇਆ ਕੇਂਦਰੀ ਗ੍ਰਹਿ ਮੰਤਰੀ ਨੇ, ਅਮਿਤ ਸ਼ਾਹ ਨੇ, ਉਹ ਦਲੀਲਾਂ ਬਹੁਤ ਕਮਾਲ ਦੀਆਂ ਸੀ। ਮੈਂ ਹਾਲਾਂਕਿ ਮੈਂ ਪਹਿਲਾਂ ਵੀ ਅਮਿਤ ਸ਼ਾਹ ਹੋਰਾਂ ਨੂੰ ਬਹੁਤ ਵਾਰੀ ਸੁਣਿਆ ਹੈ, ਪਰ ਮੈਨੂੰ ਕਦੀ ਉਹਨਾਂ ਦੀ ਸਪੀਚ ਇੰਪ੍ਰੈਸਿਵ ਨਹੀਂ ਲੱਗੀ ਵੀ ਬਹੁਤ ਯਾਰ ਇੰਪ੍ਰੈਸਿਵ ਬੋਲ ਰਿਹਾ। ਜਿਵੇਂ ਮੋਦੀ ਹੋਰਾਂ ਕੋਲ ਇੱਕ ਕੁਸ਼ਲ ਵਕਤਾ ਹੈਗੇ ਨੇ, ਉਹ ਬਹੁਤ ਕਮਾਲ ਦਾ ਬੋਲਦੇ, ਲੇਕਿਨ ਗ੍ਰਹਿ ਮੰਤਰੀ ਕਦੇ ਨਹੀਂ ਲੱਗੇ। ਪਰ ਕੱਲ ਉਹਨਾਂ ਨੇ ਜਿਸ ਤਰ੍ਹਾਂ ਪੂਰੀ ਜਿਹੜੀ ਵਿਪਕਸ਼ ਜਿਹਨੂੰ ਆਪਾਂ ਵਿਰੋਧੀ ਧਿਰ ਸੀਗੀ, ਉਹਨੂੰ ਜਿਸ ਤਰ੍ਹਾਂ ਉਹਨਾਂ ਨੇ ਲਿੱਤਾ ਹੈ, ਉਹ ਬਹੁਤ ਹੀ ਕਮਾਲ ਦਾ ਸੀ। ਲੱਗ ਰਿਹਾ ਸੀ ਕਿ ਪੂਰੀ ਤਿਆਰੀ ਕਰਕੇ ਆਏ ਆ। 2-3 ਲਾਈਨਾਂ ਦੇ ਨੁਕਤੇ ਸੀ ਉਹਨਾਂ ਦੇ ਬਹੁਤ ਹੀ ਅੱਛੇ, ਜਿਸ 'ਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਇਹ ਬਾਰ-ਬਾਰ ਕਿਹਾ ਜਾ ਰਿਹਾ ਵੀ ਅਸੀਂ ਕਾਨੂੰਨ ਨਹੀਂ ਬਣਾ ਸਕਦੇ, ਕਹਿੰਦੇ ਮੈਨੂੰ ਤਾਂ ਇਸ ਗੱਲ ਤੇ ਸਭ ਤੋਂ ਹੈਰਾਨੀ ਹੈ ਵੀ ਕਾਂਗਰਸ ਇਹ ਕਹਿ ਰਹੀ ਹੈ, ਜਿਹੜੀ ਕਾਂਗਰਸ ਨੇ ਮਤਲਬ 1953 ਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ ਡਿਸਕਸ ਹੋ ਰਹੀਆਂ ਸੀ ਵੀ ਦਿੱਲੀ ਨੂੰ ਇੱਕ ਪੂਰਨ ਰਾਜ ਦਾ ਦਰਜਾ ਦੇਣਾ ਹੈ ਕਿ ਨਹੀਂ, ਉਹ 'ਚ ਸਭ ਤੋਂ ਪਹਿਲਾਂ ਉਹਨਾਂ ਦੇ ਪ੍ਰਧਾਨ ਮੰਤਰੀ ਜਿਹੜੇ ਜਵਾਹਰ ਲਾਲ ਨਹਿਰੂ ਹੈਗੇ ਹੈ, ਸਰਦਾਰ ਵੱਲਭ ਭਾਈ ਪਟੇਲ ਹੈ, ਰਾਜਾ ਜੀ ਹੈ, ਔਰ ਇੱਕ ਨਾਮ ਉਹਨਾਂ ਨੇ ਹੋਰ ਲਿੱਤਾ
ਉਹ ਕਹਿੰਦੇ ਚਾਰੋਂ ਜਣਿਆਂ ਨੇ ਇਹਦਾ ਵਿਰੋਧ ਕੀਤਾ, ਇਸੇ ਕਰਕੇ ਇਹ ਕੇਂਦਰ ਸ਼ਾਸਿਤ ਰਾਜਧਾਨੀ ਖੇਤਰ ਦੇ ਰੂਪ ਚ ਹੀ ਸਥਾਪਿਤ ਕੀਤਾ ਗਿਆ, ਜਿਹਦੇ ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਔਰ ਸਿਰਫ ਪਾਰਲੀਮੈਂਟ ਨੂੰ ਹੈ। ਸੋ ਇਹਦੇ ਵਿੱਚ ਕਹਿੰਦੇ ਜਦੋਂ ਹੁਣ ਇਹ ਗੱਲਾਂ ਕੀਤੀਆਂ ਜਾ ਰਹੀਆਂ, ਮੈਨੂੰ ਇਸ ਤੇ ਬਹੁਤ ਹੈਰਾਨੀ ਹੁੰਦੀ ਹੈ ਵੀ ਕਾਂਗਰਸ ਇਦਾਂ ਦੀਆਂ ਗੱਲਾਂ ਕਰ ਰਹੀ ਹੈ। ਤੇ ਦੂਜੀ ਉਹਨਾਂ ਨੇ ਜਿਹੜੀ ਗੱਲ ਇੱਕ ਹੋਰ ਬੜੀ ਕੀਤੀ ਵੀ ਇਹ ਸਾਰਾ ਕੁਝ ਕਿਉਂ ਕਰ ਰਿਹਾ ਕਾਂਗਰਸ ਜਾਂ ਵਿਪਕਸ਼ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕਿਉਂ ਕਰ ਰਹੀਆਂ ਨੇ, ਉਹ ਇਸ ਕਰਕੇ ਕਰ ਰਹੀਆਂ ਨੇ ਵੀ ਇਹ ਜਿਹੜਾ ਇਕਜੁੱਟਤਾ ਬਣਾਈ ਹੈ ਇਹਨਾਂ ਨੇ, ਇੰਡੀਆ ਬਣਾਇਆ ਹੈ, ਉਹ ਇਕੱਠਾ ਰਹਿ ਸਕੇ, ਛੋਟੀਆਂ ਛੋਟੀਆਂ ਪਾਰਟੀਆਂ ਵੀ ਉਹਦੇ ਵਿੱਚ ਆ ਜਾਣ, ਕਿਤੇ ਉਹ ਭੱਜ ਨਾ ਜਾਣ, ਇਸ ਤਰ੍ਹਾਂ ਦੀ ਕਵਾਇਦ ਹੈ। ਉਹਨਾਂ ਨੂੰ ਲੱਗਦਾ ਵੀ ਜੇ ਇਹ ਨਹੀਂ ਕੀਤਾ ਕਿਤੇ ਆਮ ਆਦਮੀ ਪਾਰਟੀ ਸਾਡੇ ਤੋਂ ਭੱਜ ਨਾ ਜਾਏ, ਇਸ ਕਰਕੇ ਕਹਿੰਦੇ ਇਹ ਜਿਹੜੀ ਹੈਗੀ ਹੈ ਨਾ ਵਿਰੋਧੀ ਧਿਰਾਂ ਇਸ ਕਰਕੇ ਗੱਲ ਕਰ ਰਹੀਆਂ, ਇਹਨਾਂ ਨੂੰ ਦਿੱਲੀ ਨਾਲ ਕੋਈ ਲਗਾਓ ਨਹੀਂ ਹੈਗਾ। ਅਗਰ ਹੁੰਦਾ ਤਾਂ ਜਿਹੜਾ ਪਹਿਲਾਂ 3-4 ਦਿਨ ਤੋਂ ਇਹ ਰੋਲਾ ਪਾ ਰਹੇ ਹੈ ਕਿ ਮਣੀਪੁਰ ਦੇ ਉੱਤੇ ਬਹਿਸ ਕਰਾਓ, ਮਣੀਪੁਰ ਦੇ ਉੱਤੇ ਬਹਿਸ ਕਰਾਓ, ਪ੍ਰਧਾਨ ਮੰਤਰੀ ਬੋਲਣ ਅਸੀਂ ਤਾਂ ਅੰਦਰ ਆਵਾਂਗੇ, ਉਹ ਕਹਿੰਦੇ ਫਿਰ ਅੱਜ ਕਿਉਂ ਆ ਗਏ? ਕਹਿੰਦੇ ਮੈਨੂੰ ਤਾਂ ਵੈਸੇ ਬੜੀ ਖੁਸ਼ੀ ਹੈ ਵੀ ਉਹ ਅੰਦਰ ਆ ਗਏ ਤਾਂ ਬਹੁਤ ਵਧੀਆ, ਬੜੇ ਦਿਨਾਂ ਬਾਅਦ ਪਾਰਲੀਮੈਂਟ ਜਿਹੜੀ ਚੀਜ਼ ਲਈ ਬਣੀ ਹੈ ਉਸ ਤੇ ਕੰਮ ਹੋ ਰਿਹਾ, ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ। ਪਰ ਅੱਜ ਵਾਲੇ ਬਿੱਲ ਤੇ ਕਿਉਂ ਆਏ ਨੇ? ਇਹ ਉਹਨਾਂ ਨੇ ਫਿਰ ਕਿਹਾ ਵੀ ਅੱਜ ਵਾਲੇ ਬਿੱਲ ਤੇ ਇਸ ਕਰਕੇ ਆਏ ਨੇ ਕਿਉਂਕਿ ਇਹ ਇਕਜੁੱਟਤਾ ਹੈ, ਉਹਨਾਂ ਨੂੰ ਪਤਾ ਹੈ ਵੀ ਜੇ ਇੱਥੇ ਅੱਜ ਅਸੀਂ ਨਾ ਬੋਲੇ ਤਾਂ ਆਮ ਆਦਮੀ ਪਾਰਟੀ ਵਾਲੇ ਨਾਰਾਜ਼ ਹੋਣਗੇ ਤੇ ਉਹ ਸਾਡੇ ਚੋਂ ਇੰਡੀਆ ਚੋਂ ਭੱਜ ਜਾਣਗੇ, ਇਸ ਕਰਕੇ ਉਹ ਕਹਿੰਦੇ ਉਹਨਾਂ ਨੇ ਇਹ ਕੀਤੀ ਹੈ। ਫਿਰ ਉਹ ਅਸਲੀ ਹਮਲਾ ਕਰਦੇ ਆ ਇਹਦੇ ਆਮ ਆਦਮੀ ਪਾਰਟੀ ਦੇ ਉੱਪਰ। ਉਹਨਾਂ ਨੇ ਕਿਹਾ ਪਹਿਲੀ ਗੱਲ ਇੱਕ ਬੜੀ ਇੰਟਰਸਟਿੰਗ ਕੀਤੀ, ਉਹ ਸੀਗੀ ਕਿ ਇਹ ਦਿੱਲੀ ਦੀ ਜਿਹੜੀ ਵਿਧਾਨ ਸਭਾ ਹੈ ਇਹ ਕੱਲੀ ਪੂਰੇ ਕੰਟਰੀ ਦੇ ਵਿੱਚ ਇਹੋ ਜਿਹੀ ਵਿਧਾਨ ਸਭਾ ਹੈ ਜਿਹਦਾ ਜਿਹੜਾ ਸੈਸ਼ਨ ਹੈ ਪ੍ਰੋਰੋਗ ਹੀ ਨਹੀਂ ਹੁੰਦਾ, ਮਤਲਬ ਉਹ ਹਰ ਟਾਈਮ ਹੀ ਚੱਲਦੀ ਰਹਿੰਦੀ ਹੈ, ਵਿਧਾਨ ਸਭਾ ਖੁੱਲੀ ਹੋਈ ਪਈ ਹੈ ਤੇ ਜਦੋਂ ਮਰਜ਼ੀ ਇਹਨਾਂ ਦਾ ਜੀ ਕਰਦਾ ਹੈ ਉਹ 2 ਜਣੇ ਨੂੰ ਗਾਲਾਂ ਕੱਢਣੀਆਂ ਦੀਆਂ, 2 ਦਿਨ ਦਾ ਸੈਸ਼ਨ ਬੁਲਾਉਂਦੇ ਆ, ਗਾਲਾਂ ਕੱਢ ਦਿੰਦੇ ਆ, ਬੰਦ ਕਰ ਦਿੰਦੇ ਆ। ਸਿਰਫ ਔਰ ਸਿਰਫ ਇੱਕ ਬਜਟ ਵਾਲਾ ਜਿਹੜਾ ਹੈਗਾ ਉਹ ਕਿਉਂਕਿ ਇਹਨਾਂ ਨੇ ਪਾਸ ਕਰਾਉਣਾ ਹੁੰਦਾ ਹੈ, ਬਜਟ ਵਾਲੀ ਇੱਕ ਸੈਸ਼ਨ ਜ਼ਰੂਰ ਕਰਾਉਂਦੇ ਆ, 2 ਜਾਂ 3 ਦਿਨ ਦਾ ਕਰੀਬ ਹੁੰਦਾ ਉਹ ਬਸ ਇੱਕ ਆਪਣੀ ਜਿਹੜੀ ਇੱਕ ਔਪਚਾਰਿਕਤਾ ਹੈ ਉਹਨੂੰ ਪੂਰਾ ਕਰਨ ਵਾਸਤੇ ਕਰਾਉਂਦੇ, ਅਦਰਵਾਈਜ਼ ਉਹਦੀ ਵੀ ਲੋੜ ਨਹੀਂ। ਫਿਰ ਉਹਨਾਂ ਨੇ 2019 ਤੋਂ ਲੈ ਕੇ 23 ਤੱਕ ਦੇ ਸਾਰੇ ਅੰਕੜੇ ਵੀ ਦਿੱਤੇ ਵੀ ਕਿੰਨੇ ਦਿਨ ਵਿਧਾਨ ਸਭਾ ਇਹ ਚੱਲੀ ਹੈ। ਸੋ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਜਦੋਂ ਉਹ ਇਹ ਗੱਲ ਕਰ ਰਹੇ ਸੀ ਮੈਨੂੰ ਠੀਕ ਉਸੇ ਜ਼ਿਆਦਾ ਹੈ ਵੀ ਸੇਮ ਹੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵੀ ਹੁੰਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਜੇ ਤੁਸੀਂ ਦੇਖੋ ਕਿ ਇੱਕ ਸਿਰਫ ਮਤਲਬ ਜੇ ਕਹੀਏ ਵੀ 1.5 ਸਾਲ ਹੋ ਗਿਆ ਇਹਨਾਂ ਦੀ ਸਰਕਾਰ ਨੂੰ ਆਏ, 2 ਬਜਟ ਸੈਸ਼ਨ ਹੀ ਇਹ ਜਿਹੇ ਨੇ ਜਿੱਥੇ ਸੈਸ਼ਨ ਪੂਰਾ ਚੱਲਿਆ, ਬਾਕੀ ਤਾਂ ਸਪੈਸ਼ਲ ਸੈਸ਼ਨਾਂ ਨਾਲ ਹੀ ਕੰਮ ਚਲਾ ਰਹੇ ਨੇ, ਜਿਸ ਚ ਨਾ ਤਾਂ ਕੋਈ ਜਿਹੜਾ ਵੀ ਵਿਧਾਇਕ ਆ ਕੋਈ ਸਵਾਲ ਨਹੀਂ ਕਰ ਸਕਦਾ, ਕੋਈ ਉਹ ਆਪਣਾ ਧਿਆਨ ਆਕਰਸ਼ਣ ਪ੍ਰਸਤਾਵ ਨਹੀਂ ਲਿਆ ਸਕਦਾ, ਕੋਈ 0 ਓਵਰ ਨਹੀਂ ਹੋ ਸਕਦਾ, ਕੋਈ ਮਤਲਬ ਦੇਖੋ ਕਿੰਨੀ ਉਹੀ ਸਾਰੀ ਜਿਹੜੀ ਰਣਨੀਤੀ ਹੈ ਇੱਥੇ ਲਿਆ ਕੇ ਪੰਜਾਬ 'ਚ ਵੀ ਉਸੇ ਤਰ੍ਹਾਂ ਹੀ ਲਾਗੂ ਕਰਤੀ ਹੈ। ਤਾਂ ਅਮਿਤ ਸ਼ਾਹ ਹੋਰਾਂ ਦੀ ਗੱਲ ਫਿਰ ਇਹ ਠੀਕ ਸੀ ਵੀ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਅਸੀਂ ਮੁੱਦਈ ਆਪਣੇ ਆਪ ਨੂੰ ਸਾਬਿਤ ਕਰਦੇ ਹਾਂ ਕਿ ਸਾਡੇ ਤੋਂ ਵੱਡਾ ਮਤਲਬ ਡੈਮੋਕ੍ਰੈਟਿਕ ਵੈਲਿਊਜ਼ ਵਾਲਾ ਕੋਈ ਬੰਦਾ ਹੈ ਨਹੀਂ, ਉੱਥੇ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੈਰਾਨੀਜਨਕ ਹੁੰਦੀਆਂ ਨੇ ਵੀ ਤੁਸੀਂ ਇੱਥੇ ਪੰਜਾਬ 'ਚ ਤਾਂ ਉਹ ਚੀਜ਼ ਲਾਗੂ ਨਹੀਂ ਕਰ ਰਹੇ ਜਿੱਥੇ ਇੱਕ ਪੂਰਨ ਸਟੇਟ ਹੈ। ਚਲੋ ਦਿੱਲੀ ਤੇ ਤਾਂ ਆਪਾਂ ਮੰਨ ਲੈਂਦੇ ਹਾਂ ਵੀ ਉੱਥੇ ਪੂਰੀ ਸਟੇਟ ਨਹੀਂ ਹੈ, ਪਰ ਪੰਜਾਬ 'ਚ ਤਾਂ ਪੂਰੀ ਸਟੇਟ ਹੈ, ਪੰਜਾਬ 'ਚ ਤਾਂ ਕੋਈ ਦਿੱਕਤ ਨਹੀਂ ਹੈਗੀ ਇਦਾਂ ਦੀ। ਪਰ ਉੱਥੇ ਵੀ ਹੁਣ ਸੈਸ਼ਨ ਨੂੰ ਜਿਵੇਂ ਪ੍ਰੋਰੋਗ ਨਹੀਂ ਕੀਤਾ ਜਾ ਰਿਹਾ, ਪਿਛਲੇ ਸੈਸ਼ਨ 'ਚ ਤੁਸੀਂ ਦੇਖਿਆ ਹੀ ਹੋਣਾ ਕਿ ਗਵਰਨਰ ਸਾਹਿਬ ਨੇ ਸਾਫ਼ ਤੌਰ ਤੇ ਕਹਿਤਾ ਹੈ ਕਿ ਇਹ ਸੈਸ਼ਨ ਜਿਹੜਾ ਅਸੰਵਿਧਾਨਿਕ ਹੈ। ਤੋਂ ਹੁਣ ਜਿਹੜੇ ਬਿੱਲ ਪਾਸ ਹੋਏ ਨੇ ਸਾਡੇ ਉੱਤੇ ਅਟਕ ਗਏ ਆ, ਫਿਰ ਇਹ ਕਿਹਾ ਜਾਊਗਾ ਕਿ ਸਰਕਾਰ ਸਾਨੂੰ ਗਵਰਨਰ ਸਾਨੂੰ ਕੰਮ ਨਹੀਂ ਕਰਨ ਦੇ ਰਹੇ। ਸੋ ਮੈਨੂੰ ਲੱਗਦਾ ਕਿ ਦੋਨੋਂ ਪਾਸੋਂ ਤੋਂ ਇਹ ਜਿਹੜੀਆਂ ਗਲਤੀਆਂ ਜੀਆਂ ਹੈਗੀਆਂ ਸੀਗੀਆਂ ਤੇ ਇਹ ਸਾਰਾ ਉੱਥੇ ਜਿਹੜਾ ਦਿੱਤਾ ਉਹਨਾਂ ਨੇ ਕੱਲ ਪੂਰੀ ਜਿਹੜੀ ਸਪੀਚ ਕੀਤੀ ਹੈ ਉਹ ਇਸ ਪੱਖੋਂ ਸਾਰੇ ਪੱਖੋਂ ਬਹੁਤ ਇੰਪੋਰਟੈਂਟ ਸੀ। ਦੂਜੀ ਗੱਲ ਜਿਹੜੀ ਹਰਸਿਮਰਤ ਬਾਦਲ ਹੋਰਾਂ ਨੇ ਇਹਦੇ ਵਿੱਚ ਕਹੀ, ਮੈਂ ਉਹਨਾਂ ਇੱਕ ਗੱਲ ਜੀ ਇਹਦੇ ਚ ਕੋਈ ਦੋ ਰਾਵਾਂ ਨਹੀਂ ਇੰਦਰਪ੍ਰੀਤ ਜੀ ਕਿ ਅਮਿਤ ਸ਼ਾਹ ਨੇ ਬਹੁਤ ਲੌਜਿਕ ਨਾਲ ਆਪਣਾ ਪੱਖ ਰੱਖਿਆ ਔਰ ਰੱਖਣਾ ਬਣਦਾ ਵੀ ਸੀ, ਬੜਾ ਤਾਮਝਾਮ ਪਿੱਛੇ ਖੜਾ ਹੁੰਦਾ ਜਿਹੜਾ ਇੱਕ ਇੱਕ ਗੱਲ ਨੂੰ ਫਾਈਨਲ ਕਰਦਾ ਹੈ ਕਿ ਇਹ ਗੱਲ ਕਹਿਣੀ ਆ ਔਰ ਇਹ ਦੇਸ਼ ਦੇ ਵਿੱਚ ਕਿੱਦਾਂ ਜਾਊਗੀ, ਦਿਖਾਈਆਂ ਜਾਂਦੀਆਂ ਨੇ ਕਿਸੇ ਵੱਡੇ ਆਗੂ ਨੂੰ ਹੋਰ ਵੱਡਾ ਕਰਨ ਲਈ ਹਰ ਚੀਜ਼ ਜਿਹੜੀ ਡਿਜ਼ਾਈਨਡ ਹੁੰਦੀ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ। ਪਰ ਜਿਹੜੇ ਤੱਥ ਜਿਹੜੇ ਲੌਜਿਕ ਦਲੀਲਾਂ ਉਹਦੇ ਸਮਾਨਾਂਤਰ ਇੱਕ ਗੱਲ ਤਾਂ ਇਹ ਹੈ ਨਾ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਇਹ ਗੱਲ ਵਾਰਾ ਨਹੀਂ ਖਾਂਦੀ ਕਿ ਸੱਤਾ ਦਾ ਕੇਂਦਰੀਕਰਨ ਹੋਵੇ, ਤਾਕਤਾਂ ਦਾ ਕੇਂਦਰੀਕਰਨ ਹੋਵੇ। ਭਾਵੇਂ ਉਹ ਬਹੁਤ ਪਹਿਲਾਂ ਤੋਂ ਉਦਾਹਰਨ ਦੇ ਕੇ ਆ ਰਹੇ ਆ, ਫਿਰ ਵਿਧਾਨ ਸਭਾ
ਚੁਣੀ ਹੋਈ ਇਸ ਸਦਨ ਦੀ ਕੀ ਵੈਲਿਊ ਆ ਜਿਹੜੀ ਥੱਲੇ ਆ। ਦਿੱਲੀ ਵਿਧਾਨ ਸਭਾ ਦੀ ਵੈਲਿਊ ਹੀ ਕੀ ਆ। ਇੱਥੇ ਇਸੇ ਸਦਨ ਦੇ ਵਿੱਚ ਸਾਹਿਬ ਸਿੰਘ ਵਰਮਾ, ਮਦਨ ਲਾਲ ਪਹਿਲਾਂ ਖੁਰਾਣਾ, ਉਸ ਤੋਂ ਬਾਅਦ ਤੁਸੀਂ ਦੇਖਿਆ ਮਲਹੋਤਰਾ ਸਾਹਿਬ, ਸ਼ੀਲਾ ਦੀਕਸ਼ਤ, ਉਹ ਰਹੇ। ਉਦੋਂ ਕਿਉਂ ਨਹੀਂ ਇਸ ਤਰ੍ਹਾਂ ਦੇ ਬਿੱਲ ਬਣੇ, ਇਸ ਤਰ੍ਹਾਂ ਦੇ ਕਾਨੂੰਨ ਆਏ? ਤੁਸੀਂ ਜਦੋਂ ਕੋਈ ਅਗਰੈਸ਼ਨ, ਕੋਈ ਹਮਲਾਵਰ ਧਿਰ ਆਉਂਦੀ ਹੈ, ਉਦੋਂ ਤੁਹਾਨੂੰ ਡਰ ਲੱਗਣ ਲੱਗ ਪੈਂਦਾ, ਇਹ ਤਾਂ ਮੰਨਣਾ ਪਊ। ਮਤਲਬ ਤਾਕਤਾਂ ਦਾ ਕੇਂਦਰੀਕਰਨ ਪੱਖ ਤਾਂ ਹੈ, ਸੰਘੀ ਢਾਂਚੇ ਦੇ ਚੋਟ ਤਾਂ ਹੈ, ਸਹਿਜਤਾ ਨਾਲ ਹੈ, ਸਲੀਕੇ ਨਾਲ ਹੈ, ਦਲੀਲ ਨਾਲ ਹੈ, ਵੱਖਰੀ ਗੱਲ ਆ। ਸਾਹਮਣੇ ਵਾਲੇ ਪਾਸੇ ਉਹਨਾਂ ਕੋਲ ਕੋਈ ਵੱਡਾ ਬੁਲਾਰਾ ਨਹੀਂ ਸੀ। ਆਮ ਆਦਮੀ ਪਾਰਟੀ ਵੱਲੋਂ ਕੋਈ ਹੋਰ ਕਾਂਗਰਸੀ ਜਾਂ ਕੋਈ ਇੰਨੀਆਂ ਦਲੀਲਾਂ ਨਾਲ ਕਿਉਂ ਬੋਲਦਾ, ਉਹ ਸਿੱਧਾ ਫਾਕ ਕਿਉਂ ਲਊਗਾ ਇੰਨੇ ਤਾਕਤਵਰ ਵਿਅਕਤੀ ਨਾਲ ਜਾਂ ਇੰਨੀ ਤਾਕਤਵਰ ਸਟੇਟ ਨਾਲ? ਅਗਲੇ ਕਹਿ ਹੀ ਰਹੇ ਸਾਫ਼-ਸਾਫ਼ ਕਿ ਸਾਡੇ ਕੋਲ ਈਡੀ ਆ, ਚੁੱਪ ਕਰ ਜਾਓ। ਜੇ ਇਹ ਖਬਰ ਸੱਚ ਆ ਤਾਂ ਮੈਂ ਸੁਣਿਆ ਨਹੀਂ ਉਹਨਾਂ ਨੂੰ ਬੋਲਦਿਆਂ, ਪਰ ਜੇ ਸੱਚ ਹੈ ਤਾਂ ਭਾਸਕਰ ਸਾਹਿਬ, ਮੈਂ ਜਿਹੜੀ ਇੰਦਰਪ੍ਰੀਤ ਦੀ ਗੱਲ ਕਰਨ ਲੱਗੇ ਸੀ, ਮੈਨੂੰ ਲੱਗਦਾ ਥੋੜਾ ਬੈਲੈਂਸ ਬਣਾ ਲਈਏ। ਹਰਸਿਮਰਤ ਵਾਲੀ ਗੱਲ ਤੁਸੀਂ ਤੋਰ ਦਿਓ। ਵੈਸੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਸਟੈਂਡ ਕੀ ਲੈਣਗੇ, ਸਟੈਂਡ ਉਹਨਾਂ ਖੂਬ ਲਿਆ। ਮੇਰੇ ਖਿਆਲ ਜਿੱਡਾ ਵੱਡਾ ਹਮਲਾ ਆਮ ਆਦਮੀ ਪਾਰਟੀ ਤੇ ਹਰਸਿਮਰਤ ਕੌਰ ਬਾਦਲ ਬੋਲ ਸਕਦੇ ਸੀ, ਉਹਨਾਂ ਨੇ ਬੋਲਿਆ। ਇਸ ਤੋਂ ਜ਼ਿਆਦਾ ਬੋਲਿਆ ਨਹੀਂ ਸੀ ਜਾ ਸਕਦਾ, ਇਸ ਤੋਂ ਜ਼ਿਆਦਾ ਦਲੀਲ, ਅਪੀਲ, ਜੋਸ਼ ਨਹੀਂ ਸੀ ਲਿਆਂਦਾ ਜਾ ਸਕਦਾ। ਕੀਤਾ ਕਿ ਰੋਜ਼ ਇੱਥੇ ਕੇਜਰੀਵਾਲ ਦਾ ਹੁਕਮ ਚੱਲਦਾ, ਇੱਥੇ ਭਾਵੇਂ ਡੀਜੀਪੀ ਲਾਓ, ਭਾਵੇਂ ਚੀਫ ਸੈਕਟਰੀ ਲਾਓ, ਭਾਵੇਂ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਦਾ ਲਾਓ, ਭਾਵੇਂ ਕੋਈ ਹੋਰ ਲਾਓ, ਕੇਜਰੀਵਾਲ ਸਾਹਿਬ ਲਾਉਂਦੇ। ਭਾਸਕਰ ਸਾਹਿਬ, ਇਹਦੇ ਚ ਇਸ ਗੱਲ ਤੋਂ ਕਿ ਜਦੋਂ ਉਹ ਹਰਿਆਣਾ ਕਮੇਟੀ ਬਣਾਉਣ ਲਈ ਬੀਜੇਪੀ ਨੂੰ ਜ਼ਿੰਮੇਵਾਰ ਦੱਸਦੇ ਆ, ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਇਕੱਲੇ ਚੱਲਣ ਤੋਂ ਬਿਨਾਂ ਉਹਨਾਂ ਕੋਲ ਕੋਈ ਚਾਰਾ ਨਹੀਂ। ਉਹਨਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਸ ਵੀ ਧਿਰ ਨਾਲ ਜਾਵਾਂਗੇ ਮਾਰੇ ਜਾਵਾਂਗੇ, ਉਹ ਧਿਰ ਸਾਨੂੰ ਖਾ ਜਾਊਗੀ। ਕੱਲਿਆਂ ਆਪਣੀ ਵੋਟ ਬੈਂਕ, ਆਪਣੀ ਪੰਥਕ ਸੋਚ, ਆਪਣੇ ਪੰਜਾਬ ਹਤੈਸ਼ੀ ਹੋਣ ਦਾ ਦਮ ਭਰਨ ਲਈ ਉਹ 2 ਕਦਮ ਅੱਗੇ ਵਧੇ ਨੇ। ਕਿੰਨਾ ਫਾਇਦਾ ਹੋਣ ਵਾਲਾ ਪਤਾ ਨਹੀਂ, ਪਰ ਟਰੈਕ ਠੀਕ ਚੁਣਿਆ ਲੱਗ ਰਿਹਾ। ਗੱਲ ਤੋਰੋ ਜ਼ਰਾ, ਕੀ ਕਹਿ ਰਹੇ ਸੀ ਹਰਸਿਮਰਤ ਕੌਰ ਬਾਦਲ? ਹਰਸਿਮਰਤ ਕੌਰ ਬਾਦਲ ਉਹਨਾਂ ਦੀ ਗੱਲ ਤੋਂ ਜਾਣ ਤੋਂ ਪਹਿਲੇ ਜੋ ਕੁਝ ਕੱਲ ਲੋਕ ਸਭਾ ਦੇ ਵਿੱਚ ਹੋਇਆ ਉਹਦੇ ਉੱਤੇ ਨਜ਼ਰ ਪਾਈਏ, ਕਿਉਂਕਿ ਇੰਦਰਪ੍ਰੀਤ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦਾ ਸੈਸ਼ਨ ਕਦੀ ਵੀ ਪ੍ਰੋਲੋਗ ਨਹੀਂ ਹੋਇਆ ਔਰ ਉੱਥੇ 2 ਦਿਨ ਦਾ ਸੈਸ਼ਨ ਬੁਲਾ ਕੇ ਗਾਲਾਂ ਕੱਢ ਕੇ ਚਲੇ ਜਾਂਦੇ ਨੇ। ਪਰ ਕਦੀ ਵੀ ਲੈਫਟੀਨੈਂਟ ਗਵਰਨਰ ਨੇ ਉਸ ਸੈਸ਼ਨ ਨੂੰ ਜਿਹੜਾ ਪ੍ਰੋਲੋਗ ਨਹੀਂ ਹੋਇਆ ਉਹਨੂੰ ਅਸੰਵਿਧਾਨਿਕ ਯਾਨੀ ਇਲੀਗਲ ਕਰਾਰ ਨਹੀਂ ਦਿੱਤਾ, ਜਿਹੜਾ ਪੰਜਾਬ ਦੇ ਗਵਰਨਰ ਨੇ ਦਿੱਤਾ। ਦੂਜੀ ਗੱਲ, ਜਦ ਉਹ ਕਹਿੰਦੇ ਨੇ ਕਿ ਜਵਾਹਰ ਲਾਲ ਨਹਿਰੂ ਜਦ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ, ਉਹਨਾਂ ਦੀ ਇਹ ਸੋਚ ਸੀ ਕਿ ਦਿੱਲੀ ਨੂੰ ਵੱਖਰਾ ਰੱਖਿਆ ਜਾਏ ਨੈਸ਼ਨਲ ਕੈਪੀਟਲ ਦੀ ਤਰ੍ਹਾਂ। ਤੇ ਤੁਸੀਂ ਨਾਂ ਲਏ ਮਦਨ ਲਾਲ ਖੁਰਾਨਾ, ਉਹਨਾਂ ਦਾ ਸਾਹਿਬ ਸਿੰਘ ਵਰਮਾ, ਉਹਨਾਂ ਦਾ ਸੁਸ਼ਮਾ ਸਵਰਾਜ, ਇਹ ਸਾਰੇ ਮੁੱਖ ਮੰਤਰੀ ਰਹਿ ਚੁੱਕੇ ਦਿੱਲੀ ਦੇ। ਔਰ ਜਦ ਵੀ ਇਹ ਇਲੈਕਸ਼ਨ ਬੀਜੇਪੀ ਨੇ ਲੜੇ, ਉਹਦੇ ਵਿੱਚ ਮੈਨੀਫੈਸਟੋ ਦੇ ਵਿੱਚ ਸਭ ਤੋਂ ਪਹਿਲਾ ਵਾਅਦਾ ਇਹ ਸੀਗਾ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਵਾਂਗੇ। ਹੁਣ ਉਸ ਵਾਅਦੇ ਦਾ ਕੀ ਹੋਇਆ? ਉਹ ਜਵਾਹਰ ਲਾਲ ਨਹਿਰੂ ਦੀ ਤੇ ਗੱਲਾਂ ਕਰਦੇ ਨੇ। ਹੁਣ ਅਮਿਤ ਸ਼ਾਹ ਉਹਨਾਂ ਨੇ ਇਹ ਦੱਸਿਆ ਕਿ ਸਾਡੇ ਸਾਰੇ ਮੈਨੀਫੈਸਟੋ ਦੇ ਵਿੱਚ ਇਹ ਇੱਕ ਪਹਿਲਾ ਵਾਅਦਾ ਸੀਗਾ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਵਾਂਗੇ। ਉਹ ਵਾਅਦਾ ਕਿੱਥੇ ਗਿਆ? ਹੁਣ ਜਿਹੜੀ ਇਸ ਮੁੱਦੇ ਦੇ ਉੱਤੇ ਗੱਲਾਂ ਹੁੰਦੀ ਹੈ, ਲੋਕ ਸਭਾ ਦਾ ਸੀਨ ਹੁੰਦਾ ਹੈ, ਉਹਦੇ ਵਿੱਚ ਏਦਾਂ ਲੱਗਦਾ ਹੈ ਜਿੱਦਾਂ ਮੁੱਦਈ ਸੁਸਤ ਗਵਾਹ ਚੁਸਤ। ਅਧੀਰ ਰੰਜਨ ਚੌਧਰੀ ਉਹਨਾਂ ਨੇ ਜਿਸ ਪੁਰਜੋਰ ਤਰੀਕੇ ਨਾਲ ਆਪਣੇ ਸ਼ੇਰੋ ਸ਼ਾਇਰੀ ਨਾਲ ਅਟੈਕ ਕੀਤੇ, ਹਾਲਾਂਕਿ ਉਹਨਾਂ ਦੀ ਹਿੰਦੀ ਮਾੜੀ ਮੋਟੀ ਕਮਜ਼ੋਰ ਹੈਗੀ ਹੈ ਤੇ ਉਹ ਲੱਗ ਵੀ ਰਿਹਾ ਸੀ ਕਿ ਕੇਜਰੀਵਾਲ ਉਹਨਾਂ ਨਾਲ ਕਾਂਗਰਸ ਡਟ ਕੇ ਖੜੀ ਹੈ, ਉਹ ਲੋਕ ਸਭਾ ਦੇ ਸੀਨ ਤੋਂ ਜ਼ਾਹਿਰ ਹੁੰਦਾ ਸੀਗਾ। ਉਸ ਤੋਂ ਪਹਿਲੇ ਤੁਸੀਂ ਇਹ ਦੇਖੋ ਕਿ 2015 ਤੋਂ ਇਹ ਪੰਗਾ ਸ਼ੁਰੂ ਹੁੰਦਾ ਹੈ, ਜਦ ਲੈਫਟੀਨੈਂਟ ਗਵਰਨਰ ਵਰਸਸ ਮੁੱਖ ਮੰਤਰੀ ਦਿੱਲੀ ਦੇ ਵਿੱਚ ਇਹ ਸ਼ੁਰੂ ਹੁੰਦਾ ਹੈ ਕੰਮ। ਉਸ ਤੋਂ ਪਹਿਲੇ ਵੀ ਲੈਫਟੀਨੈਂਟ ਗਵਰਨਰ ਹੁੰਦੇ ਸੀਗੇ। ਜਗਮੋਹਨ ਜਿਹੜੇ ਲੈਫਟੀਨੈਂਟ ਗਵਰਨਰ ਕਦੀ ਜਾਂ ਗਵਰਨਰ ਜੰਮੂ ਕਸ਼ਮੀਰ ਦੇ ਹੁੰਦੇ ਸੀ, ਉਹ ਵੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਰਹਿ ਚੁੱਕੇ ਨੇ। ਤਦ ਵੀ ਕੋਈ ਐਦਾਂ ਦਾ ਪੰਗਾ ਨਹੀਂ ਹੋਇਆ ਜਿਹੜਾ ਇਲੈਕਟਿਡ ਸਰਕਾਰ ਔਰ ਗਵਰਨਰ ਸਾਹਿਬ ਦੇ ਵਿੱਚ ਪੰਗਾ ਨਾ ਹੋਏ। ਇਹ ਨਹੀਂ ਕਿ ਉੱਥੇ ਵਿਰੋਧੀ ਦਲ ਸੀਗੇ, ਉੱਥੇ ਇੱਕ ਸੈਟਿੰਗ ਦੇ ਨਾਲ ਸਾਰਾ ਕੰਮ ਚੱਲਦਾ ਸੀ। ਉਹ ਸੈਟਿੰਗ ਹੁਣ ਕੇਜਰੀਵਾਲ ਉਹਨਾਂ ਦੇ ਆਉਣ ਤੋਂ ਵਿਗੜ ਗਈ, ਕਿਉਂਕਿ ਇਹ ਹਮਲਾਵਰ ਸੀਗੇ ਬੀਜੇਪੀ ਦੇ ਅਗੇਂਸਟ। ਚਲੋ ਹੁਣ ਇਸ ਗੱਲ ਤੋਂ ਅੱਗੇ ਤੁਰਦੇ ਹਾਂ। ਹਰਸਿਮਰਤ ਕੌਰ ਬਾਦਲ, ਅਸੀਂ ਬਹੁਤ ਵਾਰ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕਿਹੜੀ ਪਾਰਟੀ ਦਾ ਕੀ ਸਟੈਂਡ ਹੋਏਗਾ। ਬੀਜੇਡੀ, ਵਾਈਐਸਆਰ ਉਹਨਾਂ ਦੀ ਪਾਰਟੀ, ਤੇ ਫਿਰ ਉਸ ਤੋਂ ਬਾਅਦ ਟੀਡੀਪੀ। ਇਹਨਾਂ ਨੇ ਤੇ ਆਪਣਾ ਰੁਖ ਕਲੀਅਰ ਕਰਤਾ ਸੀ ਕਿ ਅਸੀਂ ਸਪੋਰਟ ਦੇਵਾਂਗੇ। ਅਕਾਲੀ ਦਲ ਨੇ ਨਹੀਂ ਕੀਤਾ ਸੀ, ਪਰ ਕੱਲ ਰੁਖ ਕਲੀਅਰ ਕੀਤਾ। ਰੁਖ ਕਲੀਅਰ ਕੀ ਕੀਤਾ? ਇੱਕ ਤਰਫੋਂ ਤੇ ਉਸ ਬਿੱਲ ਦਾ ਵਿਰੋਧ ਕੀਤਾ ਜਿਹੜਾ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ, ਦੂਜੇ ਪਾਸੇ ਕੇਜਰੀਵਾਲ ਉਹਨਾਂ ਨੂੰ ਮਤਲਬ ਇੱਕ ਤਰੀਕੇ ਨਾਲ ਪੂਰਾ ਕ੍ਰਿਟਿਸਾਈਜ਼ ਕੀਤਾ ਕਿ ਇੱਥੇ ਤੇ ਤੁਸੀਂ ਉਸ ਤਰੀਕੇ ਦੇ ਸੱਤਾ ਦੇ ਸੈਂਟਰਲਾਈਜੇਸ਼ਨ ਦਾ ਵਿਰੋਧ ਕਰ ਰਹੇ ਹੋ, ਔਰ ਦੂਜੇ ਪਾਸੇ ਤੁਸੀਂ ਪੰਜਾਬ ਦੇ ਵਿੱਚ ਇਲੈਕਟਿਡ ਗਵਰਨਮੈਂਟ ਦੇ ਸਾਰੇ ਰਾਈਟ ਦਿੱਲੀ ਤੋਂ ਚਲਾ ਰਹੇ ਹੋ। ਇਹ ਇੱਕ ਅਜੀਬ ਜਿਹੀ ਸਥਿਤੀ ਬਣ ਗਈ ਸੀ। ਹੁਣ ਉਹ ਉਸ ਬਿੱਲ ਨੂੰ ਅਪੋਜ਼ ਵੀ ਕਰ ਰਹੇ ਨੇ ਔਰ ਕੇਜਰੀਵਾਲ ਨੂੰ ਉਹਦੇ ਵਾਸਤੇ ਹੀ ਦੋਸ਼ੀ ਠਹਿਰਾ ਰਹੇ ਨੇ, ਜਿਸ ਕਰਕੇ ਉਹ ਇਸ ਬਿੱਲ ਦਾ ਲੋਕ ਸਭਾ ਦੇ ਵਿੱਚ ਵਿਰੋਧ ਕਰ ਰਹੇ ਨੇ। ਉਸ ਤੋਂ ਬਾਅਦ ਮੀਨਾਕਸ਼ੀ ਲੇਖੀ ਉਹਨਾਂ ਦੇ ਵਿੱਚ ਪੈ ਜਾਂਦੀ ਹੈ।
ਉਹ ਵੀ ਆਪਣੀ ਗੱਲ ਦੇ ਵਿੱਚ ਇੱਕ ਗੱਲ ਜ਼ਰੂਰ ਕਹਿ ਦਿੰਦੀ ਹੈ ਕਿ ਦੇਖੋ ਧਿਆਨ ਨਾਲ ਬੋਲਿਓ, ਨਹੀਂ ਤੇ ਈਡੀ ਤੁਹਾਡੇ ਘਰ ਆ ਜੂਗੀ। ਇਹ ਗੱਲ ਉਹਨਾਂ ਨੇ ਲੋਕ ਸਭਾ ਦੇ ਵਿੱਚ ਕਹਿ ਦਿੱਤੀ, ਔਰ ਉਸ ਤੋਂ ਬਾਅਦ ਕਾਂਗਰਸ ਨੂੰ ਲਗਾਤਾਰ ਕ੍ਰਿਟੀਸਾਈਜ਼ ਕਰਦੇ ਰਹੇ ਕਿ ਇਹ ਉਹ ਪਾਰਟੀ ਹੈ ਜਿਨੇ ਘੱਟ ਤੋਂ ਘੱਟ 90 ਵਾਰ ਆਰਟੀਕਲ 356 ਜਿਹਦੇ ਵਿੱਚ ਇਲੈਕਟਡ ਗਵਰਨਮੈਂਟ ਨੂੰ ਹਟਾਇਆ ਜਾਂਦਾ ਹੈ ਯੂਜ਼ ਕੀਤਾ, ਔਰ ਉਹ ਗੱਲ ਕਰਦੀ ਹੈ ਪ੍ਰਜਾਤੰਤਰ ਜਾਂ ਲੋਕਤੰਤਰ ਨੂੰ ਬਹਾਲ ਕਰਨ ਦੀ ਜਾਂ ਲੋਕਤੰਤਰ ਨੂੰ ਦੀ ਰੱਖਿਆ ਕਰਨ ਦੀ। ਇਹ ਸਾਰੀ ਗੱਲਾਂ ਦੇ ਵਿੱਚ ਉਹ ਹੋ ਗਿਆ ਬਿੱਲ ਪਾਸ ਤੇ ਹੁਣ ਰਾਜ ਸਭਾ ਦੇ ਵਿੱਚ ਆਏਗਾ, ਔਰ ਰਾਜ ਸਭਾ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਜਿੱਥੇ ਟੀਡੀਪੀ ਵਾਈਐਸਆਰ ਜਾਂ ਫਿਰ ਬੀਜੇਡੀ ਦੀ ਗੱਲ ਅਸੀਂ ਕਰਕੇ ਹਟੇ ਹਾਂ, ਪਾਸ ਤੇ ਹੋ ਜਾਏਗਾ ਹੁਣ ਰਾਜ ਸਭਾ ਦੇ ਵਿੱਚੋਂ। ਪਰ ਇਸ ਮੁੱਦੇ ਦੇ ਉੱਤੇ ਹਜੇ ਰਾਜਨੀਤੀ ਪਾਰਲੀਮੈਂਟ ਦੇ ਬਾਹਰ ਗਰਮਾਉਂਦੀ ਰਹੀ। ਰੰਧਾਵਾ ਸਾਹਿਬ ਦੇਖੋ, ਇਹ ਇਸ ਤਰ੍ਹਾਂ ਨਹੀਂ, ਮੈਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ ਨੇ ਆਪਣਾ ਸਟੈਂਡ ਰੱਖਿਆ ਉਹਦਾ ਜਿਹੜਾ ਫੰਡਾਮੈਂਟਲ ਪਾਰਟੀ ਦਾ ਫੰਡਾਮੈਂਟਲ ਸਟੈਂਡ ਹੈ ਫੈਡਰਲਿਜ਼ਮ ਦੇ ਉੱਤੇ, ਪਾਰਟੀ ਉਸ ਤੇ ਹੀ ਖੜੀ ਹੈ। ਉਹ ਕਹਿੰਦੇ ਵੀ ਠੀਕ ਹੈ, ਅੱਜ ਚਾਹੇ ਇਹ ਫੰਡਾਮੈਂਟਲ ਦੀ ਗੱਲ ਫੈਡਰਲਿਜ਼ਮ ਦੀ ਗੱਲ ਆਮ ਆਦਮੀ ਪਾਰਟੀ ਇੰਦਰਪ੍ਰੀਤ ਜੀ, ਜੇ ਇਹ ਗੱਲ ਹੁੰਦੀ ਧਾਰਾ 370 ਤੇ ਵੀ ਹੁੰਦੀ। ਬਹੁਤ ਮੌਕਿਆਂ ਦੇ ਉੱਤੇ ਜਦੋਂ ਵੀ ਫੈਡਰਲ ਸਟਰਕਚਰ ਨੂੰ ਚੋਟ ਪਹੁੰਚੀ, ਅਕਾਲੀ ਦਲ ਨਾਲ ਬੈਠਾ ਸੀ, ਚੁੱਪ ਸੀ, ਤਾੜੀ ਨਹੀਂ ਸੀ ਮਾਰਦਾ ਹੋਊ, ਪਰ ਚੁੱਪ ਸੀ। ਅੱਜ ਜੇ ਇਹ ਦੁਬਾਰਾ ਉਹੀ ਸਟੈਂਡ ਜਿਹੜਾ ਅਕਾਲੀ ਦਲ ਦਾ ਸਿਧਾਂਤਕ ਸਟੈਂਡ ਆ, ਪ੍ਰਿੰਸੀਪਲੀ ਜੋ ਅਕਾਲੀ ਦਲ ਸੋਚਦਾ ਹੈ, ਇਹ ਲੋੜ ਚੋਂ ਨਿਕਲਿਆ, ਤੁਹਾਡੇ ਕੋਲ ਦੂਜਾ ਰਸਤਾ ਬਚਿਆ ਕਿਹੜਾ? ਮੰਨ ਲਓ ਮੈਂ ਤੁਹਾਨੂੰ ਪੁੱਛਾਂ ਕਿ ਅਕਾਲੀ ਦਲ ਕੋਲ ਕੱਲ ਦੇ ਦਿਨ ਦੇ ਵਿੱਚ ਦੂਜਾ ਰਸਤਾ ਕਿਹੜਾ ਸੀ ਪੰਜਾਬ ਦੇ ਵਿੱਚ ਸਰਵਾਈਵ ਕਰਨ ਲਈ, ਲੋਕਾਂ ਨੂੰ ਮੂੰਹ ਦਿਖਾਉਣ ਲਈ? ਤੇ ਹੁੰਦਾ ਕਿਹੜਾ ਹੋਰ ਜੀ? ਮਜਬੂਰੀ ਦੇ ਵਿੱਚੋਂ ਤੁਸੀਂ ਕਿਸੇ ਗੱਲ ਤੇ ਅੱਗੇ ਵੱਧਦੇ ਹੋ ਤਾਂ ਉਹਦੇ ਉਹਨੇ ਨੰਬਰ ਨਹੀਂ ਮਿਲਦੇ ਹੁੰਦੇ, ਫਿਰ ਵੀ ਐਪਰੀਸ਼ੀਏਟ ਕਰਨਾ ਬਣਦਾ ਕਿ ਇਹ ਆਪਣੇ ਮੂਲ ਵੱਲ ਪਰਤੇ ਨੇ। ਹਾਂਜੀ ਰੰਧਾਵਾ ਸਾਹਿਬ ਕਹਿੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਤਾਂ ਉਦੋਂ ਕਈ ਵਾਰ ਕੁਐਸਚਨ ਚੰਗਾ ਉਹਦਾ ਆਨਸਰ ਆਂਦਾ ਨਹੀਂ ਸੀ ਹੁੰਦਾ, ਪਰ ਲਿਖਾਈ ਅਸੀਂ ਇੰਨੀ ਸੋਹਣੀ ਕਰਦੇ ਸੀ ਨਾ ਵੀ ਇਹ ਮਾਸਟਰ ਲਿਖਾਈ ਦੇ ਹੀ ਨੰਬਰ ਦੇ ਦੇ। ਇਹ ਕੱਲ ਉਹੀ ਵਾਲਾ ਕੰਮ ਸੀਗਾ ਵੀ ਚੱਲ ਯਾਰ ਲਿਖਾਈ ਦੇ ਨੰਬਰ ਹੀ ਠੀਕ ਹੈ। ਮਤਲਬ ਮੈਂ ਉਸੇ ਗੱਲ ਤੇ ਰਹਿਣਾ ਚਾਹੁੰਦਾ ਵੀ ਜਿਹੜੀ ਉਹ ਤੁਹਾਡੀ ਗੱਲ ਠੀਕ ਹੈ। ਦੇਖੋ, ਪਾਰਟੀ ਦਾ ਇੱਕ ਪ੍ਰਿੰਸੀਪਲ ਸਟੈਂਡ ਤਾਂ ਹੈ ਫੈਡਰਲਿਜ਼ਮ ਦੀ ਰੱਖਿਆ ਕਰਨਾ, ਉਸ ਤੇ ਤਾਂ ਉਹ ਕੱਲ ਖੜੇ ਨਜ਼ਰ ਆਏ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਉਹ ਹਰ ਵਾਰੀ ਨਜ਼ਰ ਆਉਂਦੇ ਤਾਂ ਪਾਰਟੀ ਦਾ ਇਹ ਹਸ਼ਰ ਹੋਣਾ ਹੀ ਨਹੀਂ ਸੀ ਜੋ ਇਸ ਟਾਈਮ ਜੋ ਹਸ਼ਰ ਇਸ ਟਾਈਮ ਪਾਰਟੀ ਦਾ ਹੋਇਆ। ਜੇ ਕਿਤੇ ਉਹ ਪਹਿਲਾਂ 370 ਤੇ ਜਾਂ ਕਿਸੇ ਹੋਰ ਜੋ ਵੀ ਜਿੱਥੇ ਵੀ ਫੈਡਰਲ ਸਟਰਕਚਰ ਤੇ ਚੋਟ ਪਹੁੰਚੀ ਹੋਈ ਹੈ, ਅਗਰ ਉਹਦੀ ਸਪੋਰਟ ਦੇ ਵਿੱਚ ਖੜਦੇ ਤਾਂ ਮੈਨੂੰ ਲੱਗਦਾ ਕਿ ਪਾਰਟੀ ਇੱਕ ਬਿਹਤਰ ਪੋਜੀਸ਼ਨ ਦੇ ਵਿੱਚ ਹੁੰਦੀ। ਚਲੋ ਦੇਰ ਆਏ ਦਰੁਸਤ ਆਏ ਵੀ ਆਪਾਂ ਕਹਿ ਸਕਦੇ ਹਾਂ ਇਹਨੂੰ। ਇੱਕ ਛੋਟਾ ਜਿਹਾ ਹੋਰ ਮਾਫੀ ਮੰਗ ਕੇ, ਕਿੱਥੇ ਆਏ ਨੇ? ਸਾਰੀ ਪਾਰਟੀ ਕਹਿ ਰਹੀ ਸੁਖਬੀਰ ਜੀ ਪਾਸੇ ਹਟ ਦੋ, ਛੱਡ ਦਿਓ। ਥੱਲੇ ਵਰਕਰ ਕਹਿ ਰਹੇ ਝੁੰਦਾ ਕਮੇਟੀ ਦੀ ਰਿਪੋਰਟ ਆ ਗਈ। ਤਾਕਤਾਂ ਦਾ ਕੇਂਦਰੀਕਰਨ ਨਹੀਂ ਤੇ ਹੋਰ ਕੀ ਆ? ਹਰ ਚੀਜ਼ ਜੇਬ 'ਚ ਰੱਖਣੀ ਹੈ। ਤੁਸੀਂ ਇੱਕ ਸਿੰਪਲ ਇੱਕ ਛੋਟੇ ਜਿਹੇ ਸਮਾਗਮ ਦੇ ਵਿੱਚ ਕਿਸੇ ਦੀ ਸ਼ਮੂਲੀਅਤ ਕਰਵਾ ਰਹੇ ਹੋ ਪਾਰਟੀ ਦੇ ਵਿੱਚ, ਤੇ ਉਹਨੂੰ ਪਾਰਟੀ ਦਾ ਸਭ ਤੋਂ ਵੱਡਾ ਅਹੁਦਾ ਦੇ ਦਿੰਦੇ ਹੋ, ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ। ਕਿਹੜੇ ਖਾਤੇ 'ਚ ਪਾਓਗੇ ਜੀ? ਮਾਮਲਾ ਇਹ ਹੈ ਕਿ ਜਦੋਂ ਤੁਸੀਂ ਫੈਡਰਲ ਸਟਰਕਚਰ ਦੀ ਗੱਲ ਕਰਦੇ ਹੋ, ਅੰਦਰਲੇ ਪਾਸੇ ਨੂੰ ਕਿਉਂ ਨਹੀਂ ਆਉਂਦੇ? ਤਾਨਾਸ਼ਾਹੀ ਕੋਈ ਵੱਖਰਾ ਤੌਰ ਤਰੀਕਾ ਨਹੀਂ ਜ਼ਿੰਦਗੀ ਦੇ ਵਿੱਚ। ਤੁਹਾਡਾ ਵਿਅਕਤਿਤਵ, ਤੁਹਾਡੀ ਹਸਤੀ ਉਹ ਦਰਸਾਉਂਦੀ ਆ, ਤੁਹਾਡਾ ਐਟੀਟਿਊਡ ਕੀ ਆ। ਤੁਸੀਂ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕਿ ਨਹੀਂ? ਜਿਹੜੇ ਢਾਂਚਾਗਤ ਤਰੀਕੇ ਨੇ ਉਹਨਾਂ ਨੂੰ ਵਰਤਦੇ ਹੋ ਕਿ ਨਹੀਂ? ਇਹ ਗੱਲ ਕੱਲੀ ਇੱਥੇ ਤੱਕ ਨਹੀਂ ਹੈ ਰੰਧਾਵਾ ਸਾਹਿਬ। ਤੁਸੀਂ ਦੇਖੋ ਵੀ ਚਲੋ ਇੱਥੇ ਤੱਕ ਤਾਂ ਚਲੋ ਅਕਾਲੀ ਦਲ ਨੇ ਜੋ ਕੱਲ ਸਟੈਂਡ ਲਿੱਤਾ, ਮੈਨੂੰ ਲੱਗਦਾ ਕਿ ਉਹ ਸਟੈਂਡ ਤੋਂ ਇਲਾਵਾ ਉਹਨਾਂ ਕੋਲ ਚਾਰਾ ਤਾਂ ਕੋਈ ਹੈ ਨਹੀਂ ਸੀ, ਕਿਉਂਕਿ ਅਕਾਲੀ ਦਲ ਇਹ ਵੀ ਸ਼ੋਅ ਕਰਨਾ ਚਾਹੁੰਦਾ ਕਿ ਅਸੀਂ ਫੈਡਰਲ ਸਟਰਕਚਰ ਦੇ ਨਾਲ ਹੀ ਖੜੇ ਹਾਂ, ਇੱਕ ਟਰੂ ਫੈਡਰਲ ਸਟਰਕਚਰ ਅਸੀਂ ਬਣਾਉਣਾ ਚਾਹੁੰਦੇ ਹਾਂ। ਬਾਦਲ ਸਾਹਿਬ ਬਹੁਤ ਟਾਈਮ ਤੋਂ ਹਮੇਸ਼ਾ ਇਦਾਂ ਹੀ ਕਹਿੰਦੇ ਹੁੰਦੇ ਸੀ ਕਿ ਟਰੂ ਫੈਡਰਲ ਸਟਰਕਚਰ ਸਾਡੀ ਇੱਕ ਡਿਮਾਂਡ ਹੈ ਔਰ ਇਹਨੂੰ ਪੂਰਾ ਹੋਣਾ ਚਾਹੀਦਾ, ਇਹ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਸ ਕਰਕੇ ਉਹ ਖੜਦੇ ਹੁੰਦੇ ਸੀ। ਬਟ ਜਦੋਂ ਉਹਨਾਂ ਨੇ ਆਪ ਨੇ ਲਾਗੂ ਕਰਨਾ ਹੁੰਦਾ ਸੀਗਾ, ਫਿਰ ਉਹ ਪਿੱਛੇ ਹਟ ਜਾਂਦੇ ਸੀ। ਸਪੋਜ਼ ਉਹ ਸੈਂਟਰ ਗਵਰਨਮੈਂਟ ਨੂੰ ਤਾਂ ਕਹਿ ਰਿਹਾ ਕਿ ਟੈਕਸਾਂ ਦੇ ਉੱਤੇ ਸਾਡਾ ਹੱਕ ਹੈ, ਜਿਹੜਾ ਜ਼ਿਆਦਾ ਫਾਈਨੈਂਸ਼ੀਅਲ ਰਾਈਟਸ ਸਟੇਟ ਨੂੰ ਮਿਲਣੇ ਚਾਹੀਦੇ ਨੇ, ਪਰ ਜਦੋਂ ਫਿਰ ਪੰਚਾਇਤਾਂ ਇਹ ਕਹਿੰਦੀਆਂ ਸੀਗੀਆਂ ਕਿ ਜਿਹੜਾ ਰਾਈਟ ਸਾਡਾ ਹੈ ਤੇ ਸਾਨੂੰ ਦੋ, ਫਿਰ ਉੱਥੇ ਨਹੀਂ ਦਿੰਦੇ ਸੀਗੇ। ਸੋ ਇਹ ਜਿਹੜਾ ਝੋਲ ਹੈ ਨਾ, ਇਹ ਚੱਲਦਾ ਹੀ ਰਹਿੰਦਾ। ਜਦੋਂ ਮੈਂ ਆਪਣੇ ਲਈ ਮੰਗਣੀ ਹੈ ਫਿਰ ਤਾਂ ਮੈਨੂੰ ਫੈਡਰਲ ਸਟਰਕਚਰ ਯਾਦ ਆ ਜਾਂਦਾ ਹੈ, ਪਰ ਜਦੋਂ ਮੈਂ ਦੇਣੀ ਹੈ ਫਿਰ ਮੈਨੂੰ ਕਹਿੰਦਾ ਨਹੀਂ ਯਾਰ, ਤਾਕਤ ਤਾਂ ਆਪਣੇ ਹੱਥਾਂ 'ਚ ਹੀ ਹੋਣੀ ਚਾਹੀਦੀ ਹੈ। ਸੋ ਇਹ ਜਿਹੜਾ ਮਤਲਬ ਦੁਵਿਧਾ ਪਨ ਹੈ ਜਿਹੜਾ ਪਾਰਟੀ ਲਾਈਨ ਦੇ ਵਿੱਚ, ਇਹ ਦਿੱਕਤ ਕਰ ਰਿਹਾ ਹੈ ਪਾਰਟੀ ਨੂੰ ਅਸਲ ਵਿੱਚ। ਚਲੋ ਮੈਨੂੰ ਲੱਗਦਾ ਕਿ ਹਰਸਿਮਰਤ ਬਾਦਲ ਜੀ, ਹਰਸਿਮਰਤ ਬਾਦਲ ਦੀ ਜਿਹੜੀ ਗੱਲ ਕਰ ਰਹੀ ਸੀ, ਤਾਂ ਉੱਥੇ ਵੀ ਇਹੀ ਉਹਨਾਂ ਨੇ ਇੱਕ ਤੀਰ ਨਾਲ ਕੱਲ ਦੋ ਨਿਸ਼ਾਨੇ ਲਗਾਏ। ਜਿੱਥੇ ਉਹਨਾਂ ਨੇ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਟਹਿਰੇ 'ਚ ਖੜਾ ਕੀਤਾ, ਨਾਲ ਦੀ ਨਾਲ ਉਹਨਾਂ ਦਾ ਅਟੈਕ ਜ਼ਿਆਦਾ ਇਹਨਾਂ ਦੇ ਉੱਤੇ ਵੀ ਸੀਗਾ, ਬੀਜੇਪੀ ਦੇ ਉੱਤੇ ਵੀ
ਵੀ ਜਦੋਂ ਸਭ ਤੋਂ ਪਹਿਲਾਂ ਬਾਲ ਸਾਹਿਬ ਨੇ ਤੁਹਾਨੂੰ ਦਿੱਤਾ ਸੀ 96 ਦੇ ਵਿੱਚ ਸਮਰਥਨ, ਤਾਂ ਆਹ ਸੀਗਾ ਕਿ ਫੈਡਰਲ ਸਟਰਕਚਰ ਮਜ਼ਬੂਤ ਕੀਤਾ ਜਾਏਗਾ, ਸਟੇਟਾਂ ਨੂੰ ਰਾਈਟਸ ਦਿੱਤੇ ਜਾਣਗੇ, ਪਰ ਤੁਸੀਂ ਹੀ ਸਭ ਉਸ ਨੂੰ ਹੁਣ ਤੱਕ ਲਾਗੂ ਨਹੀਂ ਕਰ ਰਹੇ। ਤੇ ਹੁਣ ਕਹਿ ਰਹੇ ਆਪਾਂ ਕਿੰਨੇ ਸਾਲ ਤਾਂ ਉਹਨਾਂ ਨਾਲ ਸਰਕਾਰ ਚਲਾਈ ਹੈ, ਉਦੋਂ ਵੀ ਨਹੀਂ ਆਪਾਂ ਉਹਨਾਂ ਨੂੰ ਕਿਹਾ। ਜਦੋਂ ਆਪਾਂ ਕੱਲ ਇਸ ਗੱਲ ਦੇ ਉੱਤੇ ਡਿਸਕਸ ਕਰ ਰਹੇ ਸੀ ਵੀ ਪਹਾੜੀ ਸਟੇਟਾਂ ਨੂੰ ਤੁਸੀਂ ਸਾਰੇ ਉਹ ਦੇਤੀਆਂ, ਪੰਜਾਬ ਨੂੰ ਛੋੜਤਾ, ਜਦਕਿ ਪੰਜਾਬ ਦੀ ਬਾਹ ਫੜਨੀ ਚਾਹੀਦੀ ਸੀ। ਉਦੋਂ ਤਾਂ ਸੁਖਬੀਰ ਬਾਦਲ ਹੋਣੀ ਉੱਥੇ ਮਿਨਿਸਟਰ ਸੀਗੇ, ਤਾਂ ਉਦੋਂ ਆਪਾਂ ਇਹ ਗੱਲਾਂ ਕਿਉਂ ਨਹੀਂ ਕੀਤੀਆਂ? ਇਹ ਬਹੁਤ ਸਾਰੇ ਸਵਾਲ ਨੇ। ਫਿਰ ਜਦੋਂ ਗੱਲ ਤੁਰਦੀ ਹੈ ਤਾਂ ਇਹ ਸਾਰੇ ਸਵਾਲ ਫਿਰ ਆਪਣੇ ਆਪ ਨਾਲ ਆ ਜਾਂਦੇ ਹੈ। ਕੱਲ ਠੀਕ ਹੈ ਮੈਨੂੰ, ਬਟ ਫਿਰ ਇਹ ਸਾਰੇ ਉਹਦੇ ਅਪਾਰਟ ਵੀ, ਪਰ ਮੈਨੂੰ ਕੱਲ ਜਿਹੜਾ ਹਰਸਿਮਰਤ ਬਾਦਲ ਹੋਣੀ ਬੋਲੇ ਹੈ ਔਰ ਜਿਸ ਢੰਗ ਨਾਲ ਬੋਲੇ ਹੈ, ਜਿਹੜੀ ਗੱਲ ਉਹਨਾਂ ਨੇ ਰੱਖੀ ਹੈ, ਉਹ ਕਾਬਿਲੇ ਤਾਰੀਫ ਤਾਂ ਹੈਗੀ ਹੋਈ ਸੀ। ਆਪਾਂ ਉਹਦੇ ਨੰਬਰ ਤਾਂ ਦੇਈਏ। ਹਾਂ, ਪੂਰੇ ਨੰਬਰ ਨੇ, ਕਾਬਲੇ ਤਾਰੀਫ ਨੇ। ਮੈਨੂੰ ਤਾਂ ਲੱਗਦਾ ਅਕਾਲੀ ਦਲ ਕੋਲ ਇੱਕ ਫਾਇਰ ਬ੍ਰਾਂਡ ਆਗੂ ਦੇ ਵਜੋਂ ਉਹਨਾਂ ਨੂੰ ਪੰਜਾਬ 'ਚ ਉਤਾਰਨ 'ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਜਿਹੜੀ ਅਕਾਲੀ ਦਲ ਕੰਪੇਨ ਕਰ ਰਿਹਾ ਬੜੀ ਖੁੰਡੀ ਜੀ ਆ, ਹਮਲਾਵਰਤਾ ਮਾਈਨਸ ਆ ਜਿਹੜੀ ਅਕਾਲੀ ਦਲ ਕੋ ਹੁੰਦੀ ਆ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਤਾਰ ਦੇਣਾ ਚਾਹੀਦਾ ਫੀਲਡ ਵਿੱਚ, ਜਿਸ ਤਰੀਕੇ ਨਾਲ ਪਾਰਲੀਮੈਂਟ 'ਚ ਬੋਲੇ ਨੇ। ਭਾਸ਼ਾ ਤੇ ਕਮਾਂਡ ਸੀ, ਅੰਗਰੇਜ਼ੀ, ਹਿੰਦੀ, ਪੰਜਾਬੀ ਇੱਕੋ ਸਮੇਂ ਠੀਕ ਬੋਲ ਰਹੇ ਸੀਗੇ। ਤੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਇਹ ਕਾਫੀ ਐਸੈਟ ਵਜੋਂ ਅੱਗੇ ਵਧਾਉਣੇ ਚਾਹੀਦੇ ਆ। ਮੈਂ ਭਾਸਕਰ ਸਾਹਿਬ ਅੱਗੇ ਜਾਵਾਂ। ਗਵਰਨਰ ਪੰਜਾਬ ਨੇ ਕੱਲ ਗੁੱਸਾ ਖਾ ਕੇ ਲਾਲਗੀ ਤਿਆਗਤੀ ਆ। ਉਹਨਾਂ ਨੇ ਤਲਖ ਤਰੀਕੇ ਨਾਲ ਟਮਾਟਰ ਨੂੰ ਨਾ ਕਹਿਤੀ। ਗੱਲ ਆ ਤੋਰੋ, ਵੈਸੇ ਖਬਰ ਤਾਂ ਹੈ ਹੀ ਆ। ਪਹਿਲੇ ਉਹਨਾਂ ਨੇ ਹੈਲੀਕਾਪਟਰ ਤੋਂ ਨਾ ਕੀਤੀ ਸੀ, ਕੱਲ ਟਮਾਟਰ ਤੋਂ ਵੀ ਨਾ ਕਰਤੀ। ਉਹ ਕਹਿੰਦੇ ਜਾਓ, ਕਿਉਂਕਿ ਮਹਿੰਗਾਈ ਬਹੁਤ ਹੈ, 200 ਤੋਂ 300 ਰੁਪਏ ਕਿਲੋ ਟਮਾਟਰ ਹੋ ਗਿਆ, ਤੇ ਮੇਰੇ ਰਾਜ ਭਵਨ ਦੇ ਵਿੱਚ ਹੁਣ ਟਮਾਟਰ ਵੜੂਗਾ ਨਹੀਂ। ਹਾਲਾਂਕਿ ਗੱਲ ਤੇ ਇਹ ਕੀਤੀ ਗਈ ਹੈ, ਆਪਣੇ ਆਪ ਵਿੱਚ ਸਿੰਬੋਲਿਕ ਚੀਜ਼ ਹੈ। ਜਦ ਆਮ ਜਨਤਾ ਟਮਾਟਰਾਂ ਦੇ ਭਾਅ ਤੋਂ ਥੱਲੇ ਬਹਿ ਰਹੀ ਹੈ, ਤੇ ਫਿਰ ਸਾਡੇ ਰਾਜ ਭਵਨ ਦੇ ਵਿੱਚ ਟਮਾਟਰ ਦੀ ਲਾਲਗੀ ਕਿਉਂ ਆਏ? ਮਨਾ ਕਰਤਾ ਅਗਲਿਆਂ ਨੇ, ਕਿਉਂਕਿ ਮੈਂ ਫਿਰ ਦੁਬਾਰਾ ਕਹੂੰਗਾ ਹੈਲੀਕਾਪਟਰ ਨੂੰ ਵੀ ਏਦਾਂ ਹੀ ਨਾ ਕੀਤਾ ਸੀ ਉਹਨਾਂ ਨੇ। ਪਰ ਇਹਦੇ ਨਾਲ ਕੀ ਗਵਰਨਰ ਹਾਊਸ ਦੇ ਵਿੱਚ ਟਮਾਟਰ ਨਾ ਯੂਜ਼ ਕਰਕੇ ਕੋਈ ਫਾਇਦਾ ਹੋਏਗਾ ਪੰਜਾਬ ਦੀ ਇਕਨੋਮੀ ਨੂੰ, ਚੰਡੀਗੜ੍ਹ ਦੀ ਇਕਨੋਮੀ ਨੂੰ? ਔਰ ਦੂਜੇ ਪਾਸੇ ਜਦ ਇਹ ਖਬਰ ਛਪੀ ਹੋਈ ਹੈ ਅਖਬਾਰਾਂ ਦੇ ਵਿੱਚ, ਉਹਦੇ ਵਿੱਚ ਹੀ ਇੱਕ ਫੋਟੋ ਛਪੀ ਹੈ ਜਿਹਦੇ ਵਿੱਚ ਟਮਾਟਰਾਂ ਦੇ ਕੇਸ ਪੂਰੇ ਕ੍ਰੇਟ ਦੇ ਕ੍ਰੇਟ ਅਨਲੋਡ ਹੋ ਰਹੇ ਨੇ ਪਾਰਲੀਮੈਂਟ ਦੀ ਕੰਟੀਨ ਵਾਸਤੇ। ਤੁਸੀਂ ਇਹ ਦੇਖੋ ਕਿ ਉਹ ਪਾਰਲੀਮੈਂਟ ਦੇ ਵਿੱਚ ਦਿੱਲੀ ਵਾਲੇ ਉਹ ਟਮਾਟਰਾਂ ਦੇ ਕ੍ਰੇਟ ਅਨਲੋਡ ਕਰ ਰਹੇ ਨੇ, ਤੇ ਸਾਡੇ ਵਾਲੇ ਗਵਰਨਰ ਸਾਹਿਬ ਜੋ ਬੜੇ ਇੱਕ ਬਜ਼ੁਰਗ ਵਿਅਕਤੀ ਨੇ, ਬੜੇ ਸੂਝਵਾਨ ਵਿਅਕਤੀ ਨੇ, ਪੱਤਰਕਾਰ ਵੀ ਬੜੇ ਸੀਨੀਅਰ ਨੇ, ਟਮਾਟਰ ਤੋਂ ਨਾ ਕਰਨ ਦਾ ਅੰਦਾਜ਼ ਜਿਹੜਾ ਸੀ ਨਾ ਉਹਨਾਂ ਦਾ, ਉਹ ਬਹੁਤ ਵਧੀਆ ਹੈਗਾ। ਪਰ ਅੱਗੇ ਕਿਸ ਤਰੀਕੇ ਨਾਲ ਜਾਂਦਾ ਹੈ। ਹੁਣ ਨਾਲ ਦੇ ਨਾਲ ਚੰਡੀਗੜ੍ਹ ਤੋਂ ਹੀ ਇੱਕ ਹੋਰ ਖਬਰ ਆਉਂਦੀ ਹੈ। ਇੱਕ ਪਾਸੇ ਤੇ ਗਵਰਨਰ ਸਾਹਿਬ ਟਮਾਟਰਾਂ ਨੂੰ ਨਾ ਕਰ ਰਹੇ ਨੇ, ਦੂਜੇ ਪਾਸੇ ਜਿਹੜੇ ਐਡਵਾਈਜ਼ਰ ਸਾਹਿਬ ਨੇ ਧਰਮਪਾਲ, ਔਰ ਔਰ ਜਿਹੜੇ ਨਿਤਿਨ ਯਾਦਵ ਹੋਮ ਸੈਕਟਰੀ ਹੈਗੇ ਨੇ, ਉਹਨਾਂ ਦਾ ਵੀ ਇੱਕ ਬਿਊਰਾ ਛਪਿਆ ਹੈ ਕਿ ਪਿਛਲੇ 1-2 ਸਾਲਾਂ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੇ ਲੱਖਾਂ ਰੁਪਏ ਆਪਣੇ ਵਿਜ਼ਿਟ, ਕਦੀ ਦਿੱਲੀ, ਕਦੀ ਤਿਰੂਪਤੀ, ਤੇ ਪਤਾ ਨਹੀਂ ਕਿੱਥੇ ਕਿੱਥੇ, ਉਹ ਕਹਿੰਦੇ ਨੇ ਯੂਟੀ ਦੇ ਪੈਂਡਿੰਗ ਇਸ਼ੂਜ਼ ਨੂੰ ਆਪਾਂ ਸੋਲਵ ਕਰਾਉਣ ਵਾਸਤੇ ਦਿੱਲੀ ਦੇ ਚੱਕਰ ਲਾਣੇ ਆ। ਔਰ ਖਰਚੇ ਕਿੰਨੇ ਕੀਤੇ? 16 ਲੱਖ ਰੁਪਏ ਤੇ ਐਡਵਾਈਜ਼ਰ ਧਰਮਪਾਲ ਉਹਨਾਂ ਨੇ ਖਰਚ ਕਰਤੇ। ਔਰ ਨਿਤਿਨ ਯਾਦਵ ਉਹਨਾਂ ਕਿੱਦਾਂ ਪਿੱਛੇ ਰੱਖਦੇ? ਖੈਰ ਖਰਚਾ ਤਾਂ ਉਹਨਾਂ ਨੇ ਘੱਟ ਕੀਤਾ 6 ਲੱਖ ਰੁਪਈਆ, ਪਰ ਉਹ 6 ਲੱਖ ਰੁਪਇਆ ਔਰ 16 ਲੱਖ ਰੁਪਇਆ ਉਹਦਾ ਦੇ ਵਿਜ਼ਿਟਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਪਾਂ ਮੀਟਿੰਗ ਕਰਕੇ ਗਏ ਸੀ, ਪਰ ਉਸ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਨਿਕਲਿਆ ਇਹ ਨਹੀਂ ਪਤਾ। ਪਰ ਅੱਜ ਕੱਲ ਦੇ ਦੌਰ ਦੇ ਵਿੱਚ ਜਦ ਐਦਾਂ ਦੀ ਮੀਟਿੰਗ ਆਨਲਾਈਨ ਹੋ ਸਕਦੀ ਹੈ, ਉਹਦੇ ਕਰਕੇ ਹਰ ਦੂਜੇ ਤੀਜੇ ਦਿਨ ਜਾਂ ਫਿਰ ਹਰ ਮਹੀਨੇ 2-4 ਵਿਜ਼ਿਟ ਐਦਾਂ ਦੇ ਬਣਾ ਲੈਣੇ ਕਿ ਤੁਸੀਂ ਦਿੱਲੀ ਚੱਲਿਓ, ਕਦੀ 55,000, ਕਦੀ 1 ਲੱਖ। ਤੇ ਉਹ ਤਿਰੂਪਤੀ ਵਾਲੀ ਜਿਹੜਾ ਖਰਚਾ ਕੀਤਾ ਸੀਗਾ, ਉਹਦੇ ਵਿੱਚ ਕਹਿੰਦੇ ਕਿ ਗਵਰਨਰ ਸਾਹਿਬ ਵੀ ਉੱਥੇ ਮੌਜੂਦ ਸੀਗੇ ਤੇ ਅਸੀਂ ਵੀ ਇਸ ਕਰਕੇ ਹੀ ਉੱਥੇ ਗਏ ਸੀਗੇ। ਇਹ ਸਾਰੀ ਗੱਲਾਂ ਟਮਾਟਰਾਂ ਨੂੰ ਨਾ, ਤੇ ਐਦਾਂ ਦੇ ਫਜ਼ੂਲ ਖਰਚੇ ਨੂੰ ਹਾਂ, ਫਿਰ ਇਹਦੇ ਵਿੱਚ ਕਿਸੇ ਨਾ ਕਿਸੇ ਦਾ ਯੂਟੀ ਦਾ ਪ੍ਰਸ਼ਾਸਨ ਆਪਣੇ ਆਪ ਵਿੱਚ ਕਟਹਿਰੇ ਦੇ ਵਿੱਚ ਖੜਾ ਹੁੰਦਾ। ਏਡੇ ਵੱਡੇ ਉਹਦੇ ਕਰਨੇ ਕੀ ਭਾਸਕਰ ਸਾਹਿਬ, ਜੇ ਮਾਸਾ ਆਨੰਦ ਵੀ ਨਹੀਂ ਲੈਣਾ। ਇੱਕ ਦਿਨ ਮੈਨੂੰ ਇੰਦਰਪ੍ਰੀਤ ਜੀ ਦੱਸ ਰਹੇ ਸੀ ਗੈਰ ਰਸਮੀ ਗੱਲਬਾਤ ਦੇ ਵਿੱਚ, ਕਹਿੰਦੇ ਕਿਸੇ ਕੈਗ ਦੀ ਰਿਪੋਰਟ ਦੇ ਵਿੱਚ ਕੋਈ 20 ਰੁਪਏ ਦੀ 19-21 ਹੋਈ ਸੀ, ਉਹਦੇ ਉੱਤੇ ਵਿਧਾਨ ਸਭਾ ਦੀ ਕੋਈ ਕਮੇਟੀ ਨੇ ਦੇਖਣਾ ਸੀ ਵੀ ਇਹ ਫਰਕ ਕਿੱਥੇ। ਅਗਲਿਆਂ ਨੇ 5-7 ਮੀਟਿੰਗਾਂ, ਕੋਈ ਸ਼ਿਮਲੇ, ਕੋਈ ਕਿਤੇ ਇੱਧਰ, ਕੋਈ ਉੱਧਰ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 20 ਰੁਪਏ ਲੱਭਣ ਲਈ, 20 ਰੁਪਏ ਦਾ ਹਿਸਾਬ ਲੱਭਣ ਲਈ ਉਹ ਮੀਟਿੰਗਾਂ ਕੀਤੀਆਂ। ਦੱਸਿਓ ਇੰਦਰਪ੍ਰੀਤ ਜੀ, ਕਿੰਨੇ ਕੁ ਪੈਸੇ ਲੱਗ ਗਏ ਸੀ ਵੈਸੇ 20 ਰੁਪਏ ਲੱਭਣ ਲਈ ਜੀ? ਰੰਧਾਵਾ ਸਾਹਿਬ 20 ਨਹੀਂ, 82 ਰੁਪਏ ਦਾ ਪੈਰਾ ਸੀਗਾ ਜਿਹਨੂੰ ਸੈਟਲ ਕਰਨਾ ਸੀਗਾ। 82 ਰੁਪਏ ਦੇ ਪੈਰੇ ਦੇ ਪਿੱਛੇ ਇੱਕ ਕਮੇਟੀ ਦਾ ਖਰਚਾ ਜਿਹੜਾ ਇੱਕ ਦਿਨ ਦਾ ਸੀਗਾ, ਉਹ ਇੱਕ ਮੈਂਬਰ ਦਾ 5-5, 6-6 ਹਜ਼ਾਰ ਰੁਪਏ ਸੀਗੇ। ਤਾਂ 6-6 ਹਜ਼ਾਰ ਰੁਪਏ ਤੁਸੀਂ ਦੇਖੋ 13 ਮੈਂਬਰ ਹੁੰਦੇ ਆ,
13 ਮੈਂਬਰ ਦਾ ਤੁਸੀਂ ਉਹ ਟੋਟਲ ਲਗਾ ਲਓ ਤੇ ਫਿਰ 5-6 ਮੀਟਿੰਗਾਂ ਲਗਾ ਲਓ। ਫਿਰ ਜਿਹੜੇ ਉਹ ਬਾਹਰ ਗਏ ਉਹਦੇ ਖਰਚੇ ਅਲੱਗ ਤੋਂ, ਕੋਈ ਸ਼ਿਮਲੇ ਮੀਟਿੰਗ ਹੋ ਰਹੀ ਹੈ, ਕੋਈ ਊਟੀ ਮੀਟਿੰਗ ਹੋ ਰਹੀ ਹੈ, ਕੋਈ ਬੈਂਗਲੌਰ ਹੋ ਰਹੀ ਹੈ, ਕੋਈ ਮੈਸੂਰ ਹੋ ਰਹੀ ਹੈ। ਮਤਲਬ ਇਸ ਤਰ੍ਹਾਂ ਦੀਆਂ, ਸ਼ਿਮਲਾ ਤਾਂ ਆਮ ਹੈ। ਤੁਸੀਂ ਅਗਰ ਰੰਧਾਵਾ ਸਾਹਿਬ, ਅਗਰ ਆਪਾਂ ਚਲੋ ਹੁਣ ਤੁਸੀਂ ਗੱਲ ਛੇੜ ਲਈ ਹੈ, ਅਗਰ ਤੁਸੀਂ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਸਾਰੀਆਂ ਦੀ ਉਹ ਕੱਢੋ ਨਾ, ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਵੀ ਅੱਜ ਹੀ ਇੱਕ ਡਰਾਫਟ ਬਿੱਲ ਪੇਸ਼ ਹੋਇਆ ਪਾਰਲੀਮੈਂਟ ਦੇ ਵਿੱਚ, ਜਿਹੜਾ ਕਹਿ ਰਿਹਾ ਵੀ ਨਿੱਜੀ ਜਿਹੜੀ ਜਾਣਕਾਰੀ ਹੈ ਉਹ ਨਹੀਂ ਦਿੱਤੀ ਜਾਏਗੀ। ਮੈਂ ਅਗਰ ਉਹ ਜਾਣਨਾ ਚਾਹਨਾ ਐਜ਼ ਆਰਟੀਆਈ ਦੇ ਤੌਰ ਤੇ ਮੈਂ ਜਾਣਕਾਰੀ ਲੈਣਾ ਚਾਹਨਾ, ਮੈਨੂੰ ਇਸ ਕਰਕੇ ਨਾ ਕਰ ਦਿੱਤੀ ਜਾਊਗੀ ਜੀ। ਐਮਐਲਏ ਸਾਹਿਬ ਕਹਿ ਰਹੇ ਕਿ ਇਹ ਉਹਨਾਂ ਦੀ ਨਿੱਜੀ ਜਾਣਕਾਰੀ ਹੈ। ਮੈਨੂੰ ਹਜੇ ਤੱਕ ਇਸ 'ਚ ਨਿੱਜਤਾ ਦਾ ਕੋਈ ਹੋਰ ਨਹੀਂ ਲੱਭਦਾ। ਤੁਸੀਂ ਸਰਕਾਰੀ ਖਰਚੇ ਦੇ ਉੱਤੇ ਸਰਕਾਰੀ ਕੰਮ ਦੇ ਲਈ ਜਿਹੜਾ ਹੈਗਾ ਉਹ ਮੈਸੂਰ ਜਾਂ ਊਟੀ ਜਾਂ ਬੈਂਗਲੌਰ ਕਿਤੇ ਵੀ ਜਾ ਰਹੇ ਹੋ, ਤਾਂ ਨਿੱਜੀ ਕਿਵੇਂ ਹੋਇਆ? ਇਸ ਆਰਟੀਆਈ ਜਿਹੜਾ ਕਾਨੂੰਨ ਹੈ ਉਹਨੂੰ ਡੇ ਬਾਈ ਡੇ ਕਮਜ਼ੋਰ ਕਰਨ ਦੇ ਇਰਾਦਿਆਂ ਨਾਲ ਹੀ ਇਸ ਤਰ੍ਹਾਂ ਦੇ ਕਾਨੂੰਨ ਆ ਰਹੇ ਨੇ। ਮੈਂ ਤੁਹਾਨੂੰ ਇੱਕ ਜਾਣਕਾਰੀ ਲਿੱਤੀ ਸੀਗੀ, ਬੜੇ ਸਾਲ ਹੋ ਗਏ, 2012 ਜਾਂ 13 ਚ ਲਿੱਤੀ ਹੋਈ ਸੀਗੀ। ਉਹ ਜਾਣਕਾਰੀ ਇਹੀ ਸੀਗੀ ਕਿ ਜਿਹੜੀ ਇਹ ਲੋਕ ਲੇਖਾ ਕਮੇਟੀ ਹੁੰਦੀ ਹੈ, ਇਹਦੇ ਖਰਚੇ ਕਿੰਨੇ ਆਉਂਦੇ ਆ, ਔਰ ਸਾਰੇ ਜਦੋਂ ਮੈਂ ਲਿੱਤੇ ਵੀ ਕਿਹੜੇ ਕਿਹੜੇ ਪੈਰੇ ਇਹਨਾਂ ਨੇ ਮਤਲਬ ਉਹ ਕੀਤੇ, ਉਹ ਚ ਇਹੀ ਸੀ, ਕੋਈ 82 ਰੁਪਏ ਦਾ, ਕੋਈ 85 ਰੁਪਏ ਦਾ, ਕੋਈ 50 ਰੁਪਏ ਦਾ, ਇਸ ਤਰ੍ਹਾਂ ਦੇ ਪੈਰੇ ਡਿਸਾਈਡ ਕਰ ਰਹੇ ਆ। ਤੁਸੀਂ ਦੇਖੋ 82 ਦੇ ਪੈਰੇ ਡਿਸਾਈਡ ਕਦੋਂ ਹੋ ਰਹੇ ਨੇ? 2012 ਦੇ ਵਿੱਚ। 30 ਸਾਲ ਲਗਾਤੇ ਅਸੀਂ, 30 ਸਾਲ ਅਸੀਂ ਉਹ ਪੈਰੇ ਡਿਸਾਈਡ ਨਹੀਂ ਕਰ ਸਕੇ। ਬੰਦੇ ਜਿਹੜੇ ਉਸ ਟਾਈਮ ਸੀਗੇ ਉਹ ਮਰ ਚੁੱਕੇ ਨੇ, ਰਿਟਾਇਰ ਹੋ ਗਏ, ਪਤਾ ਨਹੀਂ ਕਿੱਥੇ ਗਏ। ਲੇਕਿਨ ਵਿਧਾਨ ਸਭਾ ਦੀਆਂ ਕਮੇਟੀਆਂ ਜਿਹੜੀਆਂ ਨੇ ਉਹਨਾਂ ਪੈਰਿਆਂ ਨੂੰ ਹੀ ਲੈ ਕੇ ਬੈਠੀਆਂ। ਇਹ ਬਾਅਦ ਚ ਆ ਕੇ ਬ੍ਰਹਮ ਮਹਿੰਦਰਾ ਹੋਰਾਂ ਨੇ ਠੀਕ ਕੀਤਾ ਸੀ ਕਿ ਜਿਹੜੇ ਬਹੁਤ ਪੁਰਾਣੇ ਹੋ ਚੁੱਕੇ ਆ ਔਰ 50-50, 60-60, 100-100 ਰੁਪਏ ਦੇ ਪੈਰੇ ਨੇ, ਉਹਨੂੰ ਸਾਰਿਆਂ ਨੂੰ ਫਾਰਿਗ ਕਰੋ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ, ਅਸੀਂ ਨਵੇਂ ਸਿਰੇ ਤੋਂ ਕੰਮ ਕਰਾਂਗੇ। ਲੇਕਿਨ ਹੁਣ ਵੀ ਮੈਂ ਚੈੱਕ ਕੀਤਾ, ਹੁਣ ਵੀ ਕੋਈ 15 ਦਾ ਪੈਰਾ ਡਿਸਾਈਡ ਹੋ ਰਿਹਾ, ਕੋਈ 16 ਦਾ ਹੋ ਰਿਹਾ। 8-8 ਸਾਲ ਲੱਗ ਜਾਂਦੇ ਸਾਨੂੰ, ਪੈਰੇ ਡਿਸਾਈਡ ਨਹੀਂ ਕਰਦੇ। ਔਰ ਕਮੇਟੀਆਂ ਦੇ ਖਰਚੇ ਤੁਸੀਂ ਦੇਖੋ, ਇੱਕ ਦਿਨ ਦਾ ਇੱਕ ਬੰਦੇ ਦਾ ਖਰਚਾ ਮੈਂ ਸਿਰਫ ਤੁਹਾਨੂੰ ਦੱਸ ਰਿਹਾ, 1500 ਰੁਪਏ ਪਰ ਡੇ ਇੱਕ ਐਮਐਲਏ ਨੂੰ ਮਿਲਦਾ ਹੈ। ਔਰ ਉਹ 3 ਦਿਨ ਲਈ ਆਉਂਦੇ। ਪਹਿਲੇ ਦਿਨ ਉਹ ਕਹਿੰਦੇ ਆ ਕਿ ਸੋਮਵਾਰ ਨੂੰ ਉਹ ਆਏ, ਮੰਗਲਵਾਰ ਉਹਨਾਂ ਨੇ ਮੀਟਿੰਗ ਕੀਤੀ, ਬੁੱਧਵਾਰ ਉਹ ਗਏ, ਫਿਰ ਵੀਰਵਾਰ ਨੂੰ ਆਏ, ਸ਼ੁੱਕਰਵਾਰ ਮੀਟਿੰਗ ਕੀਤੀ, ਸ਼ਨੀਵਾਰ ਨੂੰ ਉਹ ਗਏ। ਇਹ 6 ਦਿਨ ਦੇ 6 ਦਿਨ ਦੀਆਂ ਦਿਹਾੜੀਆਂ ਹੋ ਗਈਆਂ। 1500 ਰੁਪਏ ਦੇ ਹਿਸਾਬ ਨਾਲ 9000 ਰੁਪਏ ਪਰ ਮੈਂਬਰ ਇਹ ਦੇਣਾ ਪਏਗਾ। ਇੰਨਾ ਹੀ ਫਿਰ ਪੈਟਰੋਲ ਦੇਣਾ ਪਏਗਾ, ਜੋ ਉਤੋਂ ਮੰਨ ਲਓ ਕੋਈ ਫਾਜ਼ਿਲਕਾ ਤੋਂ ਚੱਲ ਕੇ ਆਇਆ, ਕੋਈ ਕਿਤੋਂ ਚੱਲ ਕੇ ਆਇਆ, ਇਹ ਸਾਰੇ ਉਹਨਾਂ ਨੂੰ ਦੇਣੇ ਪੈਣਗੇ। ਤੇ ਅਸੀਂ ਡਿਸਾਈਡ ਕੀ ਕਰ ਰਹੇ ਹਾਂ? ਡਿਸਾਈਡ ਕਰ ਰਹੇ ਹਾਂ, ਆਸ਼ਵਾਸਨ ਕਮੇਟੀ ਨੇ ਇੱਕ ਕੋਈ ਡਿਸਾਈਡ ਕਰ ਰਹੀ ਹੈ ਕਿ 2015 ਦਾ ਜਿਹੜਾ ਉਹ ਹੋਇਆ ਸੀਗਾ ਸੈਸ਼ਨ, ਉਹਦੇ ਵਿੱਚ ਮੰਤਰੀ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਫਲਾਣਾ ਕੰਮ, ਫਲਾਣੀ ਸੜਕ ਜਲਦੀ ਬਣਾ ਦਿੱਤੀ ਜਾਏਗੀ। 8 ਸਾਲ ਬਾਅਦ ਹਜੇ ਉਹ ਅਸੀਂ ਡਿਸਾਈਡ ਕਰ ਰਹੇ ਹਾਂ ਵੀ ਉਹ 8 ਸਾਲ ਪਹਿਲਾਂ ਜਿਹੜਾ ਤੁਸੀਂ ਆਸ਼ਵਾਸਨ ਦਿੱਤਾ ਸੀ ਉਹਦਾ ਹੋਇਆ ਕੀ? ਉਹਦਾ ਹਜੇ ਕੁਝ ਵੀ ਨਹੀਂ ਹੋਇਆ। ਉਸ ਤੁਸੀਂ ਦੇਖੋ ਪੈਸੇ ਦੀ ਬਲੀਡਿੰਗ ਕਿੱਦਾਂ ਹੋ ਰਹੀ ਹੈ। ਫਿਰ ਜਦੋਂ ਕੋਈ ਪੁੱਛਦਾ ਹੈ ਕਿ ਯਾਰ ਪੈਸੇ ਕਿੱਥੇ ਖਰਚ ਹੋਏ, ਕਿਵੇਂ ਖਰਚ ਹੋਏ, ਕਿੰਨੇ ਖਰਚ ਹੋਏ, ਫਿਰ ਅਸੀਂ ਕਹਿ ਰਹੇ ਹਾਂ ਵੀ ਨਹੀਂ, ਇਹ ਨਿੱਜੀ ਜਾਣਕਾਰੀ ਹੈ। ਉਹ ਡਾਟਾ ਜਿਹੜਾ ਹੁਣ ਨਵਾਂ ਬਿੱਲ ਲੈ ਕੇ ਆਏ ਹੈ, ਉਹ ਜਿਹੇ ਬਿੱਲ ਲਿਆ ਕੇ ਤੁਸੀਂ ਉਹ ਜਾਣਕਾਰੀਆਂ ਨੂੰ ਵੀ ਜਿਹੜਾ ਹੈਗਾ ਉਹ ਦੱਬਣ ਦਾ ਯਤਨ ਕਰ ਰਹੇ ਹੋ। ਯਾਨੀ ਕਿ ਜੇ ਜਿਨ੍ਹਾਂ ਲੋਕਾਂ ਨੂੰ ਪੈਸੇ ਦੀ ਰਾਖੀ ਬਿਠਾਇਆ ਹੋਇਆ, ਉਲਟੀ ਬਾੜ ਹੀ ਖੇਤ ਨੂੰ ਖਾਈ ਜਾ ਰਹੀ ਜੀ। ਆਰਟੀਆਈ ਨੂੰ ਹੋਰ ਹੱਥ ਘੁੱਟਣ ਵਰਗੀ ਸਥਿਤੀ 'ਚ ਲਿਆ ਰਹੇ ਆ ਕਿ ਕੋਈ ਜਾਣਕਾਰੀਆਂ ਜਿਹੜੀਆਂ ਕੱਲ ਨੂੰ ਮਜ਼ਾਕ ਦਾ ਪਾਤਰ ਬਣਾਉਣ, ਆਪਾਂ ਦੇਣੀਆਂ ਹੀ ਨਹੀਂ। ਉਹਦੇ ਵਿੱਚ ਲੈ ਆਓ ਨਿੱਜ, ਤੇ ਨਿੱਜ ਬੰਦੇ ਦਾ ਬਹੁਤ ਅਹਿਮ ਹੁੰਦਾ, ਇਹ ਅਹੰਕਾਰ ਵੀ ਹੁੰਦਾ, ਇਹ ਈਗੋ ਵੀ ਹੁੰਦੀ। ਨਿੱਜ ਵਿੱਚ ਤਾਂ ਬਹੁਤ ਕੁਝ ਆਉਂਦਾ ਹੈ। ਖੈਰ, ਜਿਹੜਾ ਪਹਿਰਾ ਦਾ ਜ਼ਿਕਰ ਕਰ ਰਹੇ ਨਾ ਜਿਹੜੇ ਇੰਦਰਪ੍ਰੀਤ ਜੀ, ਇਹ ਪਹਿਰੇ ਦਾ ਜ਼ਿਕਰ ਉਹੀ ਆ ਕਿ ਜਿਹੜਾ ਕੈਗ ਦੇ ਵਿੱਚ ਹਿਸਾਬ ਕਿਤਾਬ ਦੇ ਤਾਂਠਾਂ ਹੋਏ, ਰਿਪੋਰਟਾਂ ਬਹੁਤ ਆਉਂਦੀਆਂ ਨੇ ਫਲਾਣੇ ਮਹਿਕਮੇ 'ਚ, ਫਲਾਣੇ ਇਸ ਤਰ੍ਹਾਂ, ਉਹਦੇ ਵਿੱਚ ਜਿਹੜਾ ਪਹਿਰਿਆਂ ਦੇ ਵਿੱਚ ਲਿਖਿਆ ਹੁੰਦਾ ਕਿ ਇਸ ਮਾਮਲੇ 'ਚ ਇੰਨੇ ਪੈਸਿਆਂ ਮਿਲਾਨ ਨਹੀਂ ਹੋ ਰਿਹਾ, ਕੈਸ਼ ਬੁੱਕ ਦੇ ਵਿੱਚ, ਖਰਚਿਆਂ ਦੇ ਵਿੱਚ ਉਹੀ ਹੁੰਦੇ ਆ ਜੀ ਸਾਰੇ। ਉਹਨਾਂ ਨੂੰ ਮੁੜ ਕੇ ਇਹ ਕਮੇਟੀਆਂ ਡਿਸਾਈਡ ਕਰਦੀਆਂ। ਭਾਸਕਰ ਸਾਹਿਬ, ਬਾਬਾ ਆਦਮ ਨਰਾਲਾ ਹੀ ਹੈ ਨਾ ਸਾਡੀ ਪੋਲਿਟਿਕਸ ਦਾ। ਇਹੀ ਤਾਂ ਹੈ, ਇਹੀ ਤਾਂ ਖੂਬਸੂਰਤੀ ਹੈ। ਕਿਉਂ ਕੋਈ ਹੁੱਬ ਕੇ ਐਮਐਲਏ ਬਣਨਾ ਚਾਹੁੰਦਾ ਹੈ? ਇਸੇ ਕਰਕੇ ਅੱਗੇ ਪਿੱਛੇ ਖਿੜਕੀਆਂ ਖੋਲਣ ਵਾਲੇ ਕਾਰਾਂ ਵੀ, ਫਿਰ ਤੇ ਕੀ ਆ। ਅੱਛਾ, ਆਰਟੀਆਈ ਨੂੰ ਤਾਂ ਲਗਾ ਲਓਗੇ, ਆਮ ਬੰਦੇ ਨੂੰ ਕੈਮਰੇ ਤੇ ਲਾਓਗੇ, ਚੰਗੀ ਗੱਲ ਆ। ਪੰਜਾਬ ਦੇ ਵਿੱਚ ਹਾਦਸਿਆਂ ਤੋਂ ਲੈ ਕੇ ਲੜਾਈਆਂ ਝਗੜਿਆਂ ਤੱਕ ਬਹੁਤ ਕੁਝ ਸੜਕਾਂ ਤੇ ਆ, ਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਉੱਤੇ ਕੈਮਰੇ ਚੰਡੀਗੜ੍ਹ ਦੀ ਤਰਜ਼ ਤੇ ਲਾਏ ਜਾਣਗੇ। ਇੰਦਰਪ੍ਰੀਤ ਮੈਨੂੰ ਦੱਸ ਰਹੇ ਸੀ ਕਿ ਬੰਗਲੌਰ ਨੇ ਸਾਲਾਂ ਦਹਾਕਿਆਂ ਪਹਿਲਾਂ ਇਹ ਪ੍ਰੋਜੈਕਟ ਲੈਂਦਾ ਸੀ,
ਹੁਣ ਪੰਜਾਬ ਦੇ ਵਿੱਚ ਤੁਸੀਂ ਜਦੋਂ ਵੀ ਕੋਈ ਰੂਲ ਵਾਇਲੇਟ ਕਰੋਗੇ, ਤੁਸੀਂ ਕੋਈ ਟ੍ਰੈਫਿਕ ਦੀ ਉਲੰਘਣਾ ਕਰੋਗੇ ਤਾਂ ਤੁਸੀਂ ਕੈਮਰੇ ਤੇ ਹੋਵੋਗੇ। ਭਾਸਕਰ ਸਾਹਿਬ ਗੱਲ ਹਲਕੀ ਜਿਹੀ ਤੋਰਿਓ, ਫਿਰ ਅੱਗੇ ਤੁਰਦੇ ਹਾਂ। ਸੜਕ ਸੁਰੱਖਿਆ ਫੋਰਸ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦਾ ਇੱਕ ਡਿਸੀਜਨ ਆਇਆ ਸੀ ਵੀ ਆਪਾਂ ਹੁਣ ਸੜਕ ਦੀ ਸੁਰੱਖਿਆ ਵਾਸਤੇ ਇੱਕ ਫੋਰਸ ਬਣਾ ਰਹੇ ਹਾਂ। ਹੁਣ ਸੀਸੀਟੀਵੀ ਕੈਮਰੇ ਦੀ ਗੱਲ ਹੋ ਰਹੀ ਹੈ। ਚੰਡੀਗੜ੍ਹ ਦੇ ਵਿੱਚ ਜਿੱਦਾਂ ਹੀ ਤੁਸੀਂ ਐਂਟਰ ਕਰਦੇ ਹੋ, ਪਹਿਲਾ ਧਿਆਨ ਜਾਂਦਾ ਹੈ ਤੁਹਾਡਾ ਆਪਣਾ ਗੱਡੀ ਦੇ ਮੀਟਰ ਤੇ, ਵੀ 60 ਤੋਂ ਉੱਤੇ ਤੇ ਨਹੀਂ, 60 ਤੇ 2-3 ਥੱਲੇ ਹੀ ਰੱਖਣੀ ਹੈ, ਕਿਉਂਕਿ ਉੱਥੇ ਕੈਮਰਿਆਂ ਦੇ ਵਿੱਚ ਰਾਹੀਂ ਇਹ ਚੈੱਕ ਚੀਜ਼ਾਂ ਹੁੰਦੀਆਂ ਔਰ ਚਲਾਨ ਤੁਹਾਡੇ ਆਪਣੇ ਮੋਬਾਈਲ ਤੇ ਆ ਜਾਂਦਾ ਤੇ ਤੁਹਾਨੂੰ ਦੇਣਾ ਹੀ ਪੈਂਦਾ। ਹੁਣ ਇਦਾਂ ਦਾ ਹੀ ਮਾਹੌਲ ਪੰਜਾਬ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਵਧੀਆ। ਇਹ ਬਹੁਤ ਵਧੀਆ ਸਟੈਪ ਹੈ ਸਰਕਾਰ ਦਾ ਕਿ ਤੁਸੀਂ ਕੈਮਰੇ ਦੇ ਰਾਹੀਂ ਤੁਹਾਡੀ ਸਪੀਡ ਤੋਂ ਲੈ ਕੇ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵਾਇਓਲੇਸ਼ਨ ਕਰਦੇ ਹੋ, ਉਹ ਰਿਕਾਰਡ ਹੋ ਕੇ ਤੁਹਾਡੇ ਮੋਬਾਈਲ ਦੇ ਉੱਤੇ ਤੁਹਾਡਾ ਚਲਾਨ ਆਏਗਾ ਔਰ ਤੁਸੀਂ ਔਨ ਦਾ ਸਪੋਟ ਹੀ ਉਹ ਚਲਾਨ ਭਰ ਵੀ ਸਕਦੇ ਹੋ। ਉਹਦੇ ਵਿੱਚ ਨਾ ਕਿਸੇ ਦੀ ਜੇਬ ਭਰਨੀ ਪਏਗੀ, ਸਿੱਧਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਉਹ ਚਲਾਨ ਜਾਏਗਾ। ਪਰ ਇਹਦੇ ਚਲਾਨ ਦੀ ਕਮਾਈ ਤੋਂ ਇਲਾਵਾ ਜੇ ਪੰਜਾਬ ਦੇ ਵਿੱਚ ਟ੍ਰੈਫਿਕ ਰੈਗੂਲੇਟ ਹੋ ਜਾਏ, ਲੋਕੀ ਟ੍ਰੈਫਿਕ ਦੇ ਨਿਯਮਾਂ ਨੂੰ ਮੰਨਣਾ ਸ਼ੁਰੂ ਕਰ ਦੇਣ, ਜਿਹੜੇ ਪੰਜਾਬੀ ਚੰਡੀਗੜ੍ਹ ਜਾਂਦੇ ਨੇ ਉਹ ਬੈਲਟ ਫਟਾਫਟ ਲਾਉਂਦੇ ਨੇ ਔਰ ਮੀਟਰ ਤੇ ਧਿਆਨ ਦਿੰਦੇ ਨੇ, ਉਦਾਂ ਦਾ ਹੀ ਮਾਹੌਲ ਹੁਣ ਪੰਜਾਬ ਦੇ ਵਿੱਚ ਹੋਏਗਾ। ਚੰਗੀ ਗੱਲ ਹੈਗੀ ਹੈ ਏਡੀਜੀਪੀ ਅਮਨਦੀਪ ਸਿੰਘ ਰਾਏ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ। 6 ਸ਼ਹਿਰਾਂ ਦੇ ਵਿੱਚ ਇਹ ਕੈਮਰੇ ਲੱਗਣ ਜਾ ਰਹੇ ਨੇ, ਦਸੰਬਰ ਤੱਕ ਇਹ ਕੈਮਰੇ ਲੱਗ ਜਾਣਗੇ ਔਰ 31 ਦਸੰਬਰ ਨੂੰ ਜੇ ਤੁਸੀਂ ਕਿਸੇ ਵੀ ਤਰੀਕੇ ਦਾ ਟ੍ਰੈਫਿਕ ਵਾਇਲੇਟ ਕੀਤਾ ਫਿਰ ਕੈਮਰੇ ਦੇ ਰਾਹੀਂ ਕੋਈ ਨਾ ਕੋਈ ਚਲਾਨ ਤੁਹਾਡਾ ਹੋ ਸਕਦਾ ਹੈ। ਲੁਧਿਆਣਾ ਦੇ ਵਿੱਚ 1400, ਅੰਮ੍ਰਿਤਸਰ ਦੇ ਵਿੱਚ ਤੁਹਾਡੇ 950, ਜਲੰਧਰ ਦੇ ਵਿੱਚ 850, ਪਟਿਆਲੇ ਦੇ ਵਿੱਚ 800, ਬਠਿੰਡਾ ਦੇ ਵਿੱਚ 750 ਤੇ ਜਿਹੜੇ ਮੋਹਾਲੀ ਦੇ ਵਿੱਚ ਉੱਥੇ 400 ਕੈਮਰੇ ਇਹ ਲਾਏ ਜਾਣ ਦੀ ਕਵਾਇਦ ਸ਼ੁਰੂ ਹੋ ਗਈ। ਅਮਰਦੀਪ ਸਿੰਘ ਰਾਏ, ਏਡੀਜੀਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ, ਮੈਂ ਇਨਵਰਟਡ ਕਾਮਾਸ ਦੇ ਵਿੱਚ ਇਸ ਕਰਕੇ ਕਹਿ ਰਿਹਾ ਕਿ ਸਾਡੀ ਭਾਸ਼ਾ ਦੇ ਵਿੱਚ ਸਾਡਾ ਨਾਂ ਹੀ ਸਭ ਤੋਂ ਅਹਿਮ ਹੁੰਦਾ ਤੇ ਅਮਰਦੀਪ ਸਿੰਘ ਰਾਏ ਨੇ ਬਹੁਤ ਸਾਰਾ ਕੰਮ ਵੱਖ-ਵੱਖ ਖੇਤਰਾਂ 'ਚ ਕੀਤਾ ਹੈ। ਉਹ ਇੰਟੈਲੀਜੈਂਸ ਦੇ ਵਿੱਚ ਰਹੇ, ਦਿੱਲੀ 'ਚ ਰਹੇ, ਹੁਣ ਅੱਜ ਕੱਲ ਇੱਥੇ ਵੀ ਉਹ ਕਾਫੀ ਖੋਜ ਭਰਪੂਰ ਕੰਮ ਕਰ ਰਿਹਾ। ਪੋਲਾਈਟ ਨੇ, ਸਲੀਕੇਦਾਰ ਨੇ, ਚੰਗੇ ਬੰਦੇ ਨੇ। ਟ੍ਰੈਫਿਕ ਦੀ ਵਾਇਓਲੇਸ਼ਨ ਦੇ ਉੱਤੇ ਸਖਤ ਰਹਿਣਗੇ ਔਰ ਆਉਂਦੇ ਸਮੇਂ ਦੇ ਵਿੱਚ ਇਹਦੇ 'ਚ ਹੋਰ ਥੋੜੇ ਇਨਕਲਾਬੀ ਕਦਮ ਲਏ ਜਾ ਸਕਦੇ ਆ। ਇੰਦਰਪ੍ਰੀਤ ਜੀ, ਤੁਸੀਂ ਇਹ ਤੋਂ ਬਾਅਦ ਤਾਂ ਆਉਣਾ ਨਹੀਂ, ਮੈਨੂੰ ਲੱਗਦਾ ਇਹਦੇ ਉੱਤੇ ਤੁਹਾਡੇ ਕੋਲ ਕਾਫੀ ਇਨਫੋਰਮੇਸ਼ਨ ਹੋਊਗੀ। ਨਹੀਂ, ਮੈਂ ਇਸ ਤੇ ਟ੍ਰੈਫਿਕ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਉਹ ਤਾਂ ਸਾਰੀ ਭਾਸਕਰ ਸਾਹਿਬ ਨੇ ਕਰ ਹੀ ਦਿੱਤੀ ਹੈ ਕਿ ਜਿਵੇਂ ਉਹ ਰੈਗੂਲੇਟ ਹੋ ਸਕਦਾ ਹੋ ਜਾਏਗਾ। ਪਰ ਜਿਹੜੀ ਮੈਂ ਗੱਲ ਤੁਹਾਨੂੰ ਕਰ ਰਿਹਾ ਸੀ ਵੀ ਇਹਦੇ ਨਾਲ ਦੂਜੇ ਕ੍ਰਾਈਮ ਬੜੇ ਜਿਹੜੇ ਹੈਗੇ ਆ ਉਹ ਸਾਹਮਣੇ ਸਾਡੇ ਮਤਲਬ ਆ ਜਾਂਦੇ ਆ ਔਰ ਅਸੀਂ ਸਾਨੂੰ ਪਕੜਨਾ ਬੜਾ ਸੌਖਾ ਹੁੰਦਾ ਹੈ। ਜਿਹੜਾ ਬੈਂਗਲੌਰ ਨੇ ਮੈਂ ਦੱਸੀ ਸੀ ਗੱਲ, ਜਿਹੜਾ 15 ਸਾਲ ਪਹਿਲਾਂ ਉਹਨਾਂ ਨੇ ਕੀਤਾ ਸੀ, 320 ਕਰੋੜ ਰੁਪਇਆ ਉਦੋਂ ਖਰਚਾ ਆਇਆ ਸੀਗਾ। ਉਹਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਟ੍ਰੈਫਿਕ ਰੂਲਸ ਵਾਇਲੇਟ ਕਰਦੇ ਸੀਗੇ, ਜੇ 100 ਮਤਲਬ ਡੈਥਸ ਹੁੰਦੀਆਂ ਸੀ ਕੱਲੀਆਂ ਬੈਂਗਲੌਰ ਦੇ ਵਿੱਚ, ਉਹ 3 ਰਹਿ ਗਈਆਂ ਨੇ। ਉਹ ਇੱਕ ਤਾਂ ਇਹ ਸੀ, ਲੇਕਿਨ ਸਭ ਤੋਂ ਵੱਡੀ ਜਿਹੜੀ ਉਹਨਾਂ ਨੂੰ ਸਫਲਤਾ ਮਿਲੀ ਸੀ ਉਹ ਮਿਲੀ ਸੀ ਸਨੈਚਰਸ ਦੀ। ਜਿਹੜੇ ਸਨੈਚਿੰਗ ਕਰਦੇ ਉਹ ਭੱਜਦੇ ਆ ਔਰ ਹੱਥ ਨਹੀਂ ਆਉਂਦੇ, ਉਹਨਾਂ ਨੇ ਇੱਕ ਵੀ ਸੜਕ ਏਦਾਂ ਦੀ ਨਹੀਂ ਸੀ ਛੱਡੀ ਜਾਂ ਇੱਕ ਵੀ ਗਲੀ ਏਦਾਂ ਦੀ ਨਹੀਂ ਸੀ ਛੱਡੀ ਜਿਹੜੀ ਮਤਲਬ ਇੱਕ ਤੋਂ ਇੱਕ ਬਾਅਦ ਮਤਲਬ ਇੱਕ ਦੂਜੇ ਨਾਲ ਅਟੈਚ ਨਹੀਂ ਹੈ। ਯਾਨੀ ਜੇ ਕੋਈ ਇੱਕ ਜਗ੍ਹਾ ਤੋਂ ਸਨੈਚਿੰਗ ਕਰਕੇ ਭੱਜ ਰਿਹਾ ਬੰਦਾ ਤਾਂ ਉਹਨੂੰ ਤੁਸੀਂ ਇੱਥੇ ਇੱਕ ਕਮਰੇ ਦੇ ਵਿੱਚ ਬੈਠ ਕੇ ਹੀ ਪਤਾ ਕਰ ਸਕਦੇ ਹੋ ਵੀ ਉਹ ਕਿੱਥੇ ਤੱਕ ਗਿਆ ਔਰ ਆਰਾਮ ਨਾਲ ਉਹਨੂੰ ਪਕੜ ਸਕਦੇ ਹੋ। ਜਿਹੜਾ ਅੱਜ ਦੀ ਦੌਰ ਦੇ ਵਿੱਚ ਖਾਸ ਤੌਰ ਤੇ ਜਦੋਂ ਡਰੱਗਸ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤਾਂ ਸਭ ਤੋਂ ਜ਼ਿਆਦਾ ਮਤਲਬ ਅੱਜ ਖਤਰਨਾਕ ਹੋਇਆ ਪਿਆ ਸਨੈਚਿੰਗ ਦਾ ਕੰਮ। ਇਹ ਮੋਟਰਸਾਈਕਲਾਂ ਤੇ ਮੁੰਡੇ ਆਉਂਦੇ ਆ ਔਰ ਜਿਵੇਂ ਚੈਨ ਜਾਂ ਕੁਝ ਹੋਰ ਜਾਂ ਪਰਸ ਜਿਵੇਂ ਝਪਟਦੇ ਆ, ਉਹ ਜਿਹੜਾ ਝਪਟਣਾ ਹੁੰਦਾ ਉਹਦੇ ਵਿੱਚ ਜਿਹੜਾ ਬੰਦੇ ਦਾ ਨੁਕਸਾਨ ਹੁੰਦਾ ਹੈ ਉਹ ਬਹੁਤ ਖਤਰਨਾਕ ਹੁੰਦਾ। ਕਈ ਵਾਰੀ ਗਲੇ ਲੈ ਜਾਂਦੇ ਆ, ਕਈ ਕੱਟ ਜਾਂਦੇ ਆ ਜਾਂ ਹੋਰ ਬਹੁਤ ਬੁਰੀ ਤਰ੍ਹਾਂ ਗਿਰਦੀਆਂ ਨੇ ਲੇਡੀਜ਼, ਜਿਹੜੀਆਂ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਸਾਡੇ ਕੋਲ ਸਾਹਮਣੇ ਆਉਂਦੇ ਆ। ਉਹ ਚੀਜ਼ਾਂ ਵੀ ਡਿਟੈਕਟ ਜਦੋਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਕੈਮਰੇ ਅੱਜ ਅਸੀਂ ਲਗਾ ਰਹੇ ਹਾਂ ਇਹਦਾ ਬਹੁਤ ਫਾਇਦਾ ਹੋਊਗਾ। ਜੇ ਸਹੀ ਤਰੀਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹਦੇ ਲਈ ਕੰਟਰੋਲ ਰੂਮ ਬਹੁਤ ਐਫੀਸ਼ੀਐਂਟ ਹੋਣਾ ਚਾਹੀਦਾ। ਕੰਟਰੋਲ ਰੂਮ ਮਤਲਬ ਸ਼ਹਿਰ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਵਾਰਦਾਤ ਹੋ ਰਹੀ ਆ ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਬਾਅਦ ਦੇ ਵਿੱਚ ਉਹਨਾਂ ਦੇ ਬੰਨੇ ਹੋਏ ਮੂੰਹਾਂ ਚੋਂ ਬੰਦੇ ਪਛਾਣਦੇ ਫਿਰੋ, ਸਕੈਚ ਬਣਾਉਂਦੇ ਫਿਰੋ, ਬਾਡੀ ਲੈਂਗੁਏਜ ਲੱਭਦੇ ਫਿਰੋ, ਕਿਉਂਕਿ ਸਾਰਿਆਂ ਨੇ ਮੂੰਹ ਬੱਧੇ ਹੁੰਦੇ ਆ, ਨੰਬਰ ਜਾਲੀ ਹੁੰਦੇ ਆ ਬਾਈਕਸ ਤੇ ਜਾਂ ਗੱਡੀਆਂ ਤੇ, ਜੋ ਜਿੰਨੀ ਵੀ ਹੋ ਰਹੀ ਹੈ ਕ੍ਰਾਈਮ, ਤੁਸੀਂ ਉਸੇ ਵੇਲੇ ਉਹਨਾਂ ਨੂੰ ਟਰੈਕ ਕਰਕੇ ਫੜ ਸਕੋ। ਇਹ ਮਾਮਲਾ ਅਤੈਮ ਆ ਕਿ ਤੁਹਾਡੇ ਕਿੰਨੇ ਬੰਦੇ ਕੰਟਰੋਲ ਰੂਮ 'ਚ ਨੇ ਔਰ ਕਿੰਨੇ ਜਾਗਦੇ ਆ, ਸੁੱਤੇ ਹੋਏ ਤਾਂ ਨਹੀਂ। ਖਾਸ ਤੌਰ ਤੇ ਰਾਤਾਂ ਨੂੰ ਜਿਹੜੇ ਜ਼ਿੰਮੇਵਾਰ ਬੰਦੇ ਆ ਉਹ ਲਾਓ, ਜਿਹੜੇ ਨਸ਼ੇ ਦੇ ਆਬਾਦੀ ਨਹੀਂ,
ਜਿਹੜੇ दारू ਪਾਣੀ ਨਹੀਂ ਪੀਂਦੇ। ਭਾਸਕਰ ਸਾਹਿਬ, 66 ਲੱਖ ਡਰੱਗ ਵਰਤਣ ਵਾਲੇ ਪੰਜਾਬ ਦੇ ਵਿੱਚ ਮੈਂ ਕਿੱਦਾਂ ਯਕੀਨ ਕਰਾਂ? ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਜਿਹੜੀ ਟੇਬਲ ਹੋਈ ਆ, ਇਹਦੇ ਵਿੱਚ ਤੱਥ ਕਿੰਨੇ ਕੁ ਤਸਦੀਕ ਕੀਤੇ ਜਾ ਸਕਦੇ ਆ? ਅਸੀਂ 3 ਕਰੋੜ ਦੀ ਆਬਾਦੀ ਵਾਲੇ ਲੋਕ 66 ਲੱਖ ਦੇ ਕਰੀਬ, ਪ੍ਰਤੀਸ਼ਤਤਾ ਦੇਖੋ ਕਿੰਨੀ ਬਣਦੀ ਹੈ। ਅਸੀਂ ਡਰੱਗ ਲੈਣ ਲੱਗ ਗਏ, ਕਮਾਲ ਹੋ ਗਈ ਯਾਰ, ਦੱਸਿਓ ਜਰਾ, ਮੈਂ ਤਾਂ ਹੈਰਾਨ ਆ। ਰੰਧਾਵਾ ਜੀ, ਪਾਰਲੀਮੈਂਟ ਸਟੈਂਡਿੰਗ ਕਮੇਟੀ ਦੀ ਇੱਕ ਰਿਪੋਰਟ ਕੱਲ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ। ਉਹਦੇ ਵਿੱਚੋਂ ਬੜੇ ਜ਼ਬਰਦਸਤ ਖੁਲਾਸੇ ਹੋਏ, ਜਿਹਦੇ ਰਾਹੀਂ ਸਾਨੂੰ ਇਹ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ 66,70,000 ਡਰੱਗ ਯੂਜ਼ਰ ਨੇ। ਔਰ ਉਸ ਤੋਂ ਵੀ ਜ਼ਿਆਦਾ ਗੰਭੀਰ ਗੱਲ ਤੇ ਇਹ ਵੇ ਕਿ ਇਹਦੇ ਵਿੱਚੋਂ 6,97,000 ਉਹ 10 ਤੋਂ 17 ਸਾਲ ਦੇ ਬੱਚੇ ਨੇ, ਯਾਨੀ ਉਹ ਡਰੱਗ ਯੂਜ਼ ਕਰ ਰਹੇ ਨੇ। ਔਰ ਉਹ ਜਿਹੜੇ ਬੱਚੇ ਨੇ ਉਹਨਾਂ ਵਿੱਚੋਂ ਵੀ 18,000 ਤੇ ਏਦਾਂ ਦੇ ਨੇ ਜਿਹੜੇ ਕੋਕੀਨ ਇੱਕ ਹਾਈ ਵੈਲਿਊ ਡਰੱਗ ਹੁੰਦੀ ਹੈ, ਉਹਨੂੰ ਯੂਜ਼ ਕਰ ਰਹੇ ਨੇ। ਤੇ 3,43,000 ਉਹ ਜਿਹੜਾ ਹੈਰੋਇਨ ਦੀ ਕੰਜ਼ੰਪਸ਼ਨ ਕਰ ਰਹੇ ਨੇ। ਇਹ ਇੱਕ ਹੈਰਾਨੀਜਨਕ ਡਾਟਾ। ਚਲੋ ਪੰਜਾਬ ਦੇ ਹਾਲਾਤ ਤੇ ਖਰਾਬ ਹੈ ਹੀ ਨੇ, ਪਰ ਦੂਜੇ ਸੂਬਿਆਂ ਦੇ ਵਿੱਚ ਵੀ ਏਦਾਂ ਦੇ ਹੀ ਹਾਲਾਤ ਦੇਖਣ ਨੂੰ ਮਿਲੇ ਨੇ, ਜਿਹਦੇ ਵਿੱਚ ਪੰਜਾਬ ਹੋਏ, ਹਰਿਆਣਾ ਹੋਏ, ਆਂਧਰ ਪ੍ਰਦੇਸ਼ ਹੋਏ, ਅਸਮ ਹੋਏ, ਯੂਪੀ ਹੋਏ, ਵੈਸਟ ਬੰਗਾਲ ਹੋਏ, ਛੱਤੀਸਗੜ੍ਹ ਹੋਏ, ਮਹਾਰਾਸ਼ਟਰ, ਦਿੱਲੀ ਤੇ ਉੜੀਸਾ, ਰਾਜਸਥਾਨ, ਇਹਨਾਂ ਸੂਬਿਆਂ ਦੇ ਵਿੱਚ ਵੀ ਡਰੱਗ ਦੇ ਮਾਮਲੇ ਦੇ ਵਿੱਚ ਆંકੜੇ ਕਾਫੀ ਹਾਈ ਨੇ। ਕਿਉਂਕਿ ਪੰਜਾਬ ਨੂੰ ਅਸੀਂ ਇਸ ਕਰਕੇ ਹਾਈਲਾਈਟ ਕਰ ਰਹੇ ਹਾਂ ਕਿ ਪੰਜਾਬ ਡਰੱਗ ਦੇ ਨਾਲ ਕਥਿਤ ਤੌਰ ਤੇ ਇੱਕ ਲੜਾਈ ਲੜ ਰਿਹਾ, ਔਰ ਉਸ ਲੜਾਈ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ। ਕੱਲ ਮੇਰੀ ਇੱਕ ਅਕਾਲੀ ਆਗੂ ਨਾਲ ਗੱਲ ਹੋਈ, ਉਹ ਕਹਿੰਦੇ ਨੇ ਕਿ ਸ਼ੰਕਰ ਪਿੰਡ ਜਲੰਧਰ ਦਾ, ਉਹਦੇ ਵਿੱਚ ਇੱਕ ਔਰਤ ਖੁੱਲ੍ਹੇਆਮ ਨਸ਼ਾ ਵੇਚਦੀ ਹੈ ਔਰ ਉਹਦੇ ਖਿਲਾਫ 200 ਤੋਂ ਵੱਧ ਪਰਚੇ ਹੈਗੇ ਹੈ, ਪਰ ਨਾ ਤੇ ਕੋਈ ਡਿਸਟ੍ਰਿਕਟ ਪੁਲਿਸ ਐਕਸ਼ਨ ਲੈਂਦੀ ਹੈ, ਨਾ ਹੀ ਉਹਨੂੰ ਫੜ ਕੇ ਅੰਦਰ ਦਿੱਤਾ ਜਾਂਦਾ ਹੈ। ਏਦਾਂ ਦੇ ਹਾਲਾਤ ਦੇ ਵਿੱਚ ਤੁਸੀਂ ਕੀ ਕਰੋਗੇ? ਇਹ ਜਿਹੜੇ ਹਾਲਾਤ ਵਿਗੜ ਰਹੇ ਨੇ ਪੰਜਾਬ ਦੇ ਵਿੱਚ, ਇਹਦੇ ਉੱਤੇ ਜੇ ਸਰਕਾਰ ਗੰਭੀਰ ਨਹੀਂ ਹੋਏਗੀ ਤੇ ਅੱਗੇ ਚੱਲ ਕੇ ਸਥਿਤੀ ਹੋਰ ਗੰਭੀਰ ਹੋ ਸਕਦੀ। ਇੰਦਰਪ੍ਰੀਤ ਜੀ, ਬਹੁਤ ਹਲਕੀ ਟਿੱਪਣੀ ਇਹਦੇ ਤੇ। ਹਲਕੀ ਤੋਂ ਮਤਲਬ ਮੇਰਾ ਇਹ ਨਹੀਂ ਹੁੰਦਾ, ਹਲਕੀ ਤੋਂ ਛੋਟੇ ਸੰਖੇਪ ਦੇ ਵਿੱਚ। ਲੇਕਿਨ ਨਾਲ ਦੀ ਨਾਲ ਮੈਂ ਕੱਲ ਜਿਹੜੀ ਵੇਨੂ ਪ੍ਰਸ਼ਾਦ ਸਾਹਿਬ ਨੂੰ ਪਾਰਟੀ ਮੁੱਖ ਮੰਤਰੀ ਨੇ ਦਿੱਤੀ ਆ ਗੱਲ, ਏਦਾਂ ਪੱਖਪਾਤ ਨਹੀਂ ਹੋਣੇ ਚਾਹੀਦੇ। ਕੇਂਦਰ ਦੇ ਵਿੱਚ ਰਾਜੀਵ ਗਾਬਾ ਸਾਹਿਬ ਨੇ ਤੀਜੀ ਵਾਰੀ ਕੈਬਨਿਟ ਸੈਕਟਰੀ ਵਜੋਂ ਵਿਸਤਾਰ ਲੈ ਗਏ, ਇੱਧਰ ਸੂਬਿਆਂ ਦੇ ਵਿੱਚ ਮੰਗ ਲੈਣ ਦਿੰਦੇ ਨਹੀਂ। ਵੇਨੂ ਪ੍ਰਸ਼ਾਦ ਜੀ ਨੂੰ ਪਾਰਟੀ ਦੇ ਕੇ ਦੰਦ ਕਥਾਵਾਂ ਛੇੜਤੀਆਂ ਮੁੱਖ ਮੰਤਰੀ ਨੇ ਕਿ ਕਿਤੇ ਘਰ ਨੂੰ ਤੋਰਨ ਦਾ ਇਰਾਦਾ ਤਾਂ ਨਹੀਂ, ਵੀ ਜਾਓ ਆਪਣੀ ਸਟੇਟ ਦੇ ਵਿੱਚ ਖੇਤੀਬਾੜੀ ਕਰੋ। ਹੁਣ ਇਹ ਤਾਂ ਨਹੀਂ ਮਾਮਲੇ ਸਾਰੇ ਤੁਰੋ ਜ਼ਰਾ ਤੇ ਗੱਲ। ਰੰਧਾਵਾ ਸਾਹਿਬ, ਇਸ ਦੇ ਡਰੱਗਸ ਵਾਲੇ ਇਸ਼ੂ ਦੇ ਤਾਂ ਮੈਂ ਸਿਰਫ ਜਸਟ ਇਹੀ ਕਹਿਣਾ ਸੀਗਾ ਕਿ ਇਹ ਮਾਮਲਾ ਕੱਲਾ ਪੰਜਾਬ ਦਾ ਨਹੀਂ ਹੈ, ਪੰਜਾਬ ਦੇ ਨਾਲ ਕੰਟਰੀ ਦਾ ਵੀ ਜੁੜਿਆ ਹੋਇਆ ਹੈ। ਕਿਉਂਕਿ ਪੰਜਾਬ ਜਿਹੜਾ ਜਿੱਥੇ ਬਹੁਤ ਅੰਨ ਭੰਡਾਰ ਭਰਦਾ ਹੈ, ਉਹਦੇ ਲਈ ਜਾਣਿਆ ਜਾਂਦਾ ਹੈ। ਕੰਟਰੀ ਦੇ ਫੁੱਟਬਾਲ ਤਾਂ ਹੈ ਹੀ ਹੈ, ਨਾਲ ਦੀ ਨਾਲ ਖੜਕ ਪੂਜਾ ਵੀ ਹੈਗੀ ਹੈ। ਉਹ ਅਸੀਂ ਬਾਰਡਰਸ ਦੀਆਂ ਉਨੀਆਂ ਰੱਖਿਆ ਵੀ ਕਰਦੇ ਹਾਂ, ਤੇ ਜੇ ਸਾਡੇ ਰੱਖਿਆ ਕਰਨ ਵਾਲੇ ਹੀ ਹੁਣ ਡਰੱਗਸ ਦੇ ਐਡਿਕਟ ਹੋ ਜਾਣਗੇ, ਜਾਂ ਮਤਲਬ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਹੈ ਉਹ ਡਰੱਗ ਐਡਿਕਟ ਹੋਏਗੀ, ਤਾਂ ਮੈਨੂੰ ਲੱਗਦਾ ਕਿ ਉਹ ਸਾਡੀ ਜਿਹੜੀ ਖੜਕ ਪੂਜਾ ਹੈ ਉਹ ਵੀ ਬਹੁਤ ਕਮਜ਼ੋਰ ਹੋ ਜਾਏਗੀ। ਇਸ ਪਾਸੇ ਤਾਂ ਘੱਟੋ ਘੱਟ ਕੱਲੀ ਪੰਜਾਬ ਸਰਕਾਰ ਦਾ ਨਹੀਂ, ਸੈਂਟਰ ਗਵਰਨਮੈਂਟ ਦੀ ਵੀ ਚਿੰਤਾ ਉਨੀ ਹੀ ਹੋਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਵੇਣੂ ਪ੍ਰਸਾਦ ਹੋਰਾਂ ਨੂੰ, ਕੱਲ ਤੁਸੀਂ ਕਹਿ ਰਹੇ ਸੀ ਉਸ ਦਿਨ 31 ਨੂੰ ਕਿ ਸੀਐਮ ਸਾਹਿਬ ਨੇ ਪਾਰਟੀ ਨਹੀਂ ਦਿੱਤੀ, ਉਹਨਾਂ ਨੂੰ ਚੀਫ ਸੈਕਟਰੀ ਸਾਹਿਬ ਨੂੰ ਤਾਂ ਦਿੱਤੀ ਸੀ ਕਿ ਇਹਨਾਂ ਨੂੰ ਨਹੀਂ ਦਿੱਤੀ। ਸੋ ਕੱਲ ਤੁਹਾਡੀ ਮੈਨੂੰ ਲੱਗਦਾ ਉਹਨਾਂ ਨੇ ਗੱਲ ਕਿਤੇ ਸੁਣ ਲਈ ਹੈ, ਤੇ ਕੱਲ ਉਹਨਾਂ ਨੇ ਉਹ ਵਾਲਾ ਤੁਹਾਡੀ ਸ਼ਿਕਾਇਤ ਵੀ ਦੂਰ ਕਰਤੀ ਹੈ। ਕੱਲ ਸਾਰੇ ਜਿੰਨੇ ਸੀਨੀਅਰ ਦੇਖੋ, ਪਾਰਟੀ ਤੇ ਹੁੰਦੀ ਉਦਣ, ਪਰਿਵਾਰ ਦਾ ਕੋਈ ਜੀ ਵੱਡਾ ਬਣ ਜੇ ਨਾ, ਕੋਈ IAS ਅਫਸਰ ਬਣ ਜੇ, ਕੋਈ ਵਜ਼ੀਰ ਬਣ ਜੇ, ਤੇ ਜੇ ਉਹ ਵਿਆਹ ਵਾਲੇ ਦਿਨ ਨਾ ਆਵੇ, ਜਿੱਦਣ 4 ਜੀ ਇਕੱਠੇ ਹੁੰਦੇ, ਜਿੱਦਣ ਖਬਰ ਬਣਦੀ ਹੈ, ਤੇ ਸਵਾਦ ਨਹੀਂ ਆਉਂਦਾ। ਬਾਅਦ ਦੇ ਵਿੱਚੋਂ ਚਾਹ ਪੀਣ ਆ ਜੇ, ਭਾਵੇਂ ਪਰਿਵਾਰ ਨੂੰ ਮਿਲਣ ਆ ਜੇ, ਏਦਾਂ ਨਹੀਂ ਹੁੰਦਾ। ਗੱਲ ਮੌਕੇ ਦੀ ਹੁੰਦੀ ਆ। ਮੁੱਖ ਮੰਤਰੀ ਨੇ ਕੀਤਾ ਤੇ ਉਸ ਦਿਨ ਕੁਝ 19-21 ਹੈ। ਤੁਸੀਂ ਗੱਲ ਤੋਂ ਤੇ ਦੂਸਰੀ ਗੱਲ ਜਿਹੜੀ ਜ਼ਿਆਦਾ ਗੰਭੀਰ ਮੈਨੂੰ ਲੱਗ ਰਹੀ ਹੈਗੀ ਹੈ, ਉਹ ਜਿਹੜਾ ਕੈਬਨਿਟ ਸੈਕਟਰੀ ਸਾਹਿਬ ਨੂੰ ਤੀਸਰੀ ਵਾਰ ਐਕਸਟੈਂਸ਼ਨ ਦਿੱਤੀ ਹੈ ਤੇ ਬਾਕੀਆਂ ਨੂੰ ਮਤਲਬ ਤੁਸੀਂ ਮਨਾ ਕਰੀ ਜਾ ਰਿਹਾ। ਇਹ ਗੱਲ ਦੇਖੋ, ਜਦੋਂ ਅਸੀਂ ਕੱਲ ਜਿਵੇਂ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਹੋਰਾਂ ਨੂੰ ਸੁਣ ਰਹੇ ਸੀ, ਉਹ ਵੀ ਇਹੀ ਕਹੀ ਜਾ ਰਹੇ ਸੀ ਵੀ ਤੁਸੀਂ ਲੋਕਤੰਤਰ ਦੀਆਂ ਗੱਲਾਂ ਕਰਦੇ ਹੋ, ਇੱਥੇ ਦੇਖੋ ਕੀ ਹਾਲ ਹੋਇਆ ਪਿਆ। ਆਮ ਆਦਮੀ ਪਾਰਟੀ ਕਦੀ ਸੈਸ਼ਨ ਹੀ ਨਹੀਂ ਬੁਲਾ ਰਹੀ ਉਹ। ਪਰ ਹੁਣ ਇੱਥੇ ਤਾਂ ਉਹਨਾਂ ਦੀ ਆਪਣੀ ਗੱਲ ਆ ਗਈ ਨਾ, ਵੀ ਇੱਕ ਕੈਬਨਿਟ ਸੈਕਟਰੀ ਨੂੰ ਤਾਂ ਤੁਸੀਂ ਤੀਸਰੀ ਵਾਰ ਦੇ ਰਹੇ ਹੋ, ਤੇ ਜਦੋਂ ਪੰਜਾਬ ਵਰਗੀ ਸਟੇਟ ਨੇ ਕਿਹਾ ਵੀ ਇਹ ਸਾਡੇ ਚੀਫ ਸੈਕਟਰੀ ਨੂੰ ਦੇ ਦਿਓ ਇੱਕ ਵਾਰੀ, ਤਾਂ ਤੁਸੀਂ ਮਨਾ ਕਰਤਾ। ਇਹ ਜਿਹੜੀਆਂ ਮਤਲਬ ਆਪਾਂ ਕਹਿੰਦੇ ਕਿ ਇਹ ਵਿਤਕਰੇਬਾਜ਼ੀਆਂ ਨੇ ਨਾ, ਇਹ ਠੀਕ ਨਹੀਂ। ਦੂਜਾ ਗੱਲ ਇਹ ਕਿ ਅਸੀਂ ਐਕਸਟੈਂਸ਼ਨਾਂ ਵਾਲੇ ਚੀਜ਼ਾਂ ਨੂੰ ਵਧਾਉਂਦੇ ਕਿਉਂ ਅੱਗੇ? ਕੀ ਇਹ
ਜਿਹੜਾ ਦੂਜੇ ਬੰਦਿਆਂ ਨੂੰ ਇੱਕ ਤਾਂ ਇਗਨੋਰ ਕਰਦੇ ਆ। ਹਰ ਬੰਦੇ ਦੀ ਇੱਕੋ ਇੱਛਾ ਰਹਿੰਦੀ ਹੈ ਕਿ ਉਹ ਕੈਬਨਿਟ ਸੈਕਟਰੀ, ਮੁੱਖ ਸਕੱਤਰ ਇਦਾਂ ਦੇ ਅਹੁਦਿਆਂ ਤੇ ਪਹੁੰਚੇ, ਪਰ ਜਦੋਂ ਇਦਾਂ ਕੋਈ ਇੱਕ ਬੰਦਾ ਆ ਕੇ ਵਿੱਚ ਬੈਠ ਜਾਂਦਾ ਹੈ, ਫਿਰ ਉਹਨੂੰ ਐਕਸਟੈਂਸ਼ਨ ਤੇ ਐਕਸਟੈਂਸ਼ਨਾਂ ਵੀ ਮਿਲਦੀ ਰਹਿੰਦੀਆਂ ਨੇ, ਤਾਂ ਦੂਜਿਆਂ ਦੇ ਵਿਚਾਰਿਆਂ ਦਾ ਸਾਰਾ ਜਿਹੜਾ ਮੱਚ ਆ ਉਹ ਮਾਰੀ ਜਾਂਦਾ ਹੈ। ਸੋ ਇਦਾਂ ਦਾ ਹੀ ਮਤਲਬ ਮੈਨੂੰ ਲੱਗਦਾ ਹੈ ਜੰਜੂਆ ਸਾਹਿਬ ਨਾਲ ਵੀ ਹੋ ਗਿਆ। ਹੁਣ ਸਾਡਾ ਤਾਂ ਸਹਾਨੁਭੂਤੀ ਹੋਈ ਆ, ਹੋ ਸਕਦੀ ਹੈ ਉਹਨਾਂ ਨਾਲ। ਹੁਣ ਅਸੀਂ ਇਸ ਤੋਂ ਜ਼ਿਆਦਾ ਤਾਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ। ਨਾ ਉਹ ਚੰਗੇ ਮਿੱਤਰਾਂ ਦੀ ਲਿਸਟ ਵਿੱਚ ਸੀ, ਕਦੇ ਇਗਨੋਰ ਨਹੀਂ ਸੀ ਕਰਦੇ, ਜਾਣਕਾਰੀ ਦੇਣ ਨਾ ਦੇਣ ਫੋਨ ਜ਼ਰੂਰ ਚੱਕਦੇ ਸੀ, ਹਾਲ ਚਾਲ ਵੀ ਪੁੱਛਦੇ ਸੀ। ਅਸੀਂ ਮੈਰਾਥਨ ਤੇ ਲਾਏ ਆ, ਹੁਣ ਤੱਕ ਤੇ ਅਸੀਂ ਮੈਰਾਥਨ 'ਚ ਸੀਗੇ, ਤੇ ਹੁਣ ਅਸੀਂ ਲਾਉਣੀ ਆ 100 ਮੀਟਰ। ਇੰਦਰਪ੍ਰੀਤ ਜੀ 100 ਮੀਟਰ ਦੇ ਵਿੱਚ ਪਰਾਲੀ ਪ੍ਰਬੰਧਨ ਲਿਆਓ, ਤੇ 11-12 ਸਤੰਬਰ ਨੂੰ ਟੂਰਿਜ਼ਮ ਤੇ ਹੋਣੀ ਆ ਸਮਿਟ। ਮਿੰਟ ਦੋਵਾਂ ਦੇ ਵਿੱਚ ਕਿੱਦਾਂ ਗੱਲ ਮੁੱਕੂ ਇਹ ਦੱਸੋ। ਹਾਂ, ਨਹੀਂ, ਦੋ ਦਿਨ ਦੇ ਵਿੱਚ ਹੀ ਮੁੱਕ ਜਾਏਗੀ। ਜਿਹੜੀ ਟੂਰਿਜ਼ਮ ਦੇ ਉੱਤੇ ਤਾਂ ਸਮਿਟ ਹੋਣੀ ਹੈ, ਉਹ ਦੇਖੋ ਪੰਜਾਬ ਇਸ ਮਾਮਲੇ 'ਚ ਬਹੁਤ ਪਿਛੜਿਆ ਹੋਇਆ, ਔਰ ਜਦਕਿ ਸਾਡੇ ਕੋਲੇ ਜਿੰਨੇ ਸਾਡੇ ਬੰਦੇ ਬਾਹਰ ਵਿਦੇਸ਼ਾਂ ਦੇ ਵਿੱਚ ਗਏ ਨੇ, ਸਾਡੇ ਕੋਲ ਮੈਡੀਕਲ ਟੂਰਿਜ਼ਮ ਲਈ ਬਹੁਤ ਵੱਡੀ ਸੰਭਾਵਨਾ ਹੈ। ਮੈਨੂੰ ਇੱਕ ਵਾਰ ਡਾਕਟਰ ਨਰੇਸ਼ ਤ੍ਰਿਹਨ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ 'ਚ ਬੁਲਾਏ ਸੀ, ਤਾਂ ਉਹਨਾਂ ਨੇ ਖੁਦ ਇੱਥੇ ਆ ਕੇ ਇਹੀ ਗੱਲ ਕਹੀ ਸੀ ਕਿ ਪੰਜਾਬ ਅਗਰ ਵੇਦਾਂਤਾ ਵਰਗੇ 3 ਹਸਪੀਟਲ ਪੰਜਾਬ 'ਚ ਬਣਾ ਲੈਣ ਤਾਂ ਉਹਨਾਂ ਨੂੰ ਬਹੁਤ ਵੱਡਾ ਮਤਲਬ ਫਾਇਦਾ ਹੋਊਗਾ। ਲੇਕਿਨ ਇਹ ਅਫਸੋਸ ਦੀ ਗੱਲ ਹੈ ਕਿ ਇਹ ਕਈ ਸਾਲ ਪੁਰਾਣੀ ਗੱਲ ਹੈ, ਅਜੇ ਤੱਕ ਅਸੀਂ ਇਸ ਪਾਸੇ ਨੂੰ ਵਧੇ ਨਹੀਂ ਹੈਗੇ। ਜਦਕਿ ਡਾਕਟਰ ਮਨਮੋਹਨ ਸਿੰਘ ਇੱਕ ਨਿਊ ਚੰਡੀਗੜ੍ਹ ਦੇ ਕੋਲ ਬਿਲਕੁਲ ਮੈਡੀਕ ਸਿਟੀ ਸਾਨੂੰ ਦੇ ਕੇ ਗਏ ਆ, ਉਹਦੇ ਵਿੱਚ ਟਾਟਾ ਵਾਲਿਆਂ ਦਾ ਇੱਕ ਕੈਂਸਰ ਹਸਪੀਟਲ ਵੀ ਬਹੁਤ ਬੜਾ ਦੇ ਕੇ ਗਿਆ, ਜਿਹਦੇ ਬਾਰੇ ਮੈਨੂੰ ਹੁਣ ਪਤਾ ਚੱਲਿਆ ਕਿ ICICI ਬੈਂਕ ਨੇ ਉਹਨੂੰ 350 ਕਰੋੜ ਰੁਪਇਆ ਆਪਣੇ CSR ਫੰਡ ਚੋਂ ਦਿੱਤਾ। ਇਹ ਬੜੀ ਚੰਗੀ ਗੱਲ ਹੈ। ਜੇ ਕੋਈ ਇਸ ਤਰ੍ਹਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਗਵਰਨਮੈਂਟ ਵਾਲੇ ਅਦਾਰਿਆਂ ਨੂੰ ਇਸ ਤਰ੍ਹਾਂ ਦੇ ਪੈਸੇ ਦਿੰਦੇ ਆ, ਤਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਲਾਜ ਲਈ ਉਨਾ ਹੀ ਸੌਖਾ ਜਾਂ ਸਸਤਾ ਸੁਵਿਧਾ ਹੋ ਜਾਏਗੀ। ਸੋ ਇਸ ਤਰ੍ਹਾਂ ਇੱਕ ਤਾਂ ਮੈਡੀਕਲ ਟੂਰਿਜ਼ਮ ਤੇ ਸਾਡੇ ਕੋਲ ਬਹੁਤ ਸਕੋਪ ਹੈਗਾ। ਦੂਜਾ ਜਿਹੜਾ ਸਾਡੇ ਵਾਟਰ ਸਪੋਰਟ ਬੋਡੀਜ਼ ਬਹੁਤ ਹੈਗੀਆਂ ਸਾਡੇ ਕੋਲੇ। ਰਾਵੀ ਕੋਲੇ ਤੁਸੀਂ ਦੇਖੋ ਕਿੱਡਾ ਸੋਹਣਾ ਮਾਧੋਪੁਰ ਦੇ ਕੋਲੇ ਬਣੀ ਹੋਈ ਝੀਲ ਹੈ। ਸਾਡੀ ਰੋਪੜ ਹੈਡਵਰਕਸ ਤੇ ਬਹੁਤ ਅੱਛਾ ਬਣਿਆ ਹੋਇਆ। ਸੋ ਇਹ ਚੀਜ਼ਾਂ ਨੂੰ ਅਸੀਂ ਬਿਲਕੁਲ ਇਗਨੋਰ ਕੀਤਾ ਹੋਇਆ। ਬਠਿੰਡਾ ਦੀਆਂ 3 ਝੀਲਾਂ ਐਡੀਆਂ ਕਮਾਲ ਦੀਆਂ ਨੇ, ਅਸੀਂ ਨੇਵੀ ਨੂੰ ਤਾਂ ਦੇ ਰੱਖੀਆਂ ਨੇ ਵੀ ਉਹ ਪ੍ਰੈਕਟਿਸ ਕਰ ਲੈਣ, ਲੇਕਿਨ ਅਸੀਂ ਉੱਥੇ ਜਿਹੜੀਆਂ ਉਹਨਾਂ ਝੀਲਾਂ ਦਾ ਇਸਤੇਮਾਲ ਖੁਦ ਨਹੀਂ ਕਰ ਰਹੇ। ਇਹ ਇੱਕ ਬੜੀ ਤਰਾਸਦੀਆਂ ਵਾਲੀ ਗੱਲਾਂ ਨੇ ਵੀ ਸਾਡੇ ਕੋਲ ਇੰਨੇ ਸਕੋਪ ਹੋਣ ਦੇ ਬਾਵਜੂਦ ਅਸੀਂ ਇਸ ਤਰ੍ਹਾਂ ਦਾ ਕੋਈ ਐਫਰਟ ਨਹੀਂ ਕਰ ਰਹੇ ਕਿ ਅਸੀਂ ਉੱਥੇ ਟੂਰਿਜ਼ਮ ਨੂੰ ਪ੍ਰਮੋਟ ਕਰ ਸਕੀਏ। ਅਸੀਂ ਬਾਰ-ਬਾਰ ਗੱਲਾਂ ਕੀਤੀਆਂ ਨੇ ਕਿ ਅਸੀਂ ਫਿਲਮ ਸਿਟੀ ਇੱਥੇ ਬਣਾਵਾਂਗੇ ਰੋਪੜ ਦੇ ਕੋਲੇ, ਪਰ ਸਾਡੇ ਸਾਰੇ ਕਿੰਨੇ ਕਲਾਕਾਰ ਬੰਬੇ ਜਾ ਕੇ ਤਾਂ ਇਹ ਜਿਹੀਆਂ ਸਭ ਚੀਜ਼ਾਂ ਕਰ ਰਹੇ ਨੇ, ਪਰ ਆਪਣੇ ਇੱਥੇ ਪੰਜਾਬ ਦੇ ਵਿੱਚ ਉਹਨੂੰ ਕੋਈ ਪ੍ਰਮੋਟ ਨਹੀਂ ਕਰ ਰਹੇ। ਇਸ ਗੱਲੋਂ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲਾ ਇਹਨਾਂ ਤੋਂ ਸਭ ਤੋਂ ਜ਼ਿਆਦਾ ਚੰਗਾ ਸੀ। ਘੱਟੋ ਘੱਟ ਉਹ ਆਪਣੇ ਪਿੰਡ ਨੂੰ ਹੀ ਪ੍ਰਮੋਟ ਕਰੀ ਜਾਂਦਾ ਹੁੰਦਾ ਸੀ, ਸਾਰੇ ਬੰਦੇ ਉਹਦੇ ਕੋਲ ਪਿੰਡ ਜਾਂਦੇ ਹੁੰਦੇ ਸੀ। ਸੋ ਇਸ ਤਰ੍ਹਾਂ ਦੀ ਸਕੋਪ ਸਾਡੇ ਕੋਲ ਬਹੁਤ ਨੇ ਰੰਧਾਵਾ ਸਾਹਿਬ। ਦੂਜੀ ਇੱਕ ਛੋਟੀ ਜਿਹੀ ਗੱਲ ਪਰਾਲੀ ਦੀ ਹੈ। ਪਰਾਲੀ ਨੂੰ ਲੈ ਕੇ 4 ਸਟੇਟਾਂ ਦੀ ਕੱਲ ਜਿਹੜੀ ਮੀਟਿੰਗ ਸੀ ਉਹ ਬੜੀ ਇੰਪੋਰਟੈਂਟ ਸੀ, ਤੇ ਉਹਦੇ ਵਿੱਚ ਜਿਹੜੀ ਪੰਜਾਬ ਨੇ ਇੱਕ ਡਿਮਾਂਡ ਰੱਖੀ ਹੈ ਉਹ ਹੈਗੀ ਹੈ ਕਿ ਸਾਨੂੰ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਬਹੁਤ ਡਿਮਾਂਡ ਹੈ ਪਰਾਲੀ ਦੀ, ਕਿਉਂਕਿ ਉੱਥੇ ਗਊਸ਼ਾਲਾ ਤੇ ਇੰਡਸਟਰੀ ਦੀ ਬਹੁਤ ਡਿਮਾਂਡ ਹੈ ਕਿ ਉਹ ਪਰਾਲੀ ਨੂੰ ਵਰਤਦੇ ਨੇ, ਪਰ ਅਸੀਂ ਉੱਥੇ ਪਹੁੰਚਾ ਨਹੀਂ ਪਾਉਂਦੇ ਕਿਉਂਕਿ 15 ਦਿਨ ਦਾ ਸਾਡੇ ਕੋਲ ਇਹ ਹੁੰਦਾ ਟਾਈਮ ਜਿੱਥੋਂ ਅਸੀਂ ਸਾਡੇ ਕੋਲ ਪਰਾਲੀ ਹੁੰਦੀ ਹੈ, ਤੇ ਸਾਡੇ ਕੋਲ ਟਰੱਕ ਤਾਂ ਮਸਾਂ ਹੀ 50,000 ਟਨ ਹੀ ਲੈ ਕੇ ਜਾ ਸਕਦੇ ਆ। ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਇਹ ਕਿਹਾ ਵੀ ਜਿਹੜਾ ਤੁਸੀਂ ਸਾਨੂੰ ਬਲੇਮ ਕਰਦੇ ਰਹਿੰਦੇ ਹੋ ਕਿ ਅਸੀਂ ਪਰਾਲੀ ਦੇ, ਸਾਡੇ ਕਿਸਾਨ ਪਰਾਲੀ ਚਲਾਉਂਦੇ ਆ, ਸਾਡੀ ਸਹਾਇਤਾ ਵੀ ਤਾਂ ਕਰੋ, ਸਾਨੂੰ ਗੱਡੀਆਂ ਦਿਓ ਉਹਨਾਂ ਦਿਨਾਂ ਦੇ ਵਿੱਚ, ਤਾਂ ਕਿ ਅਸੀਂ 15 ਤੋਂ 20 ਲੱਖ ਜਿਹੜੀ ਟਨ ਪਰਾਲੀ ਹੈਗੀ ਹੈ ਉਹ ਇਹਨਾਂ ਦੋਨਾਂ ਸਟੇਟਾਂ ਚੋਂ ਪਹੁੰਚਾ ਕੇ ਇਹਨਾਂ ਦੀ ਮੰਗ ਨੂੰ ਪੂਰਾ ਕਰ ਸਕੀਏ। ਬਿਲਕੁਲ ਠੀਕ ਹੈ ਤੁਹਾਡੀ ਗੱਲ ਪਹਿਲੀ ਬੜੀ ਅਹਿਮ ਆ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਪਿੰਡ ਨੂੰ ਤਰਜੀਹ ਦਿੱਤੀ, ਪਰ ਆਖਰ ਖੱਟਿਆ ਕੀ? ਪੰਜਾਬ ਦੇ ਕਲਾਕਾਰ ਹੁਣ ਪੰਜਾਬ 'ਚ ਰਹਿਣਾ ਨਹੀਂ ਚਾਹੁੰਦੇ। ਪੰਜਾਬ ਦੇ ਕਲਾਕਾਰ ਪੰਜਾਬ ਦੇ ਸ਼ੋਅ ਬੁੱਕ ਕਰਨ ਲੱਗਿਆਂ 100 ਵਾਰੀ ਸੋਚਦੇ ਆ। ਹੁਣ ਵਿਆਹਾਂ ਸ਼ਾਦੀਆਂ ਤੇ ਅਹਿਮ ਕਲਾਕਾਰ ਆਪਣੇ ਅਖਾੜੇ ਬੁੱਕ ਨਹੀਂ ਕਰਵਾ ਰਹੇ, ਉਹਨਾਂ ਨੂੰ ਸਿਕਿਉਰਿਟੀ ਕੰਸਰਨ ਜ਼ਿਆਦਾ ਅਹਿਮ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਜ਼ਿਆਦਾ ਅਹਿਮ ਆ। ਬਹੁਤ ਸਾਰੇ ਸਿੰਗਰ ਅੰਡਰ ਥ੍ਰੈਟ ਨੇ, ਪੰਜਾਬ ਸਰਕਾਰ ਨੇ ਬਹੁਤ ਸਾਰਿਆਂ ਨੂੰ ਸੁਰੱਖਿਆ ਦਿੱਤੀ ਹੋਈ ਆ। ਸਭ ਤੋਂ ਪਹਿਲਾਂ ਤੁਹਾਨੂੰ ਅਮਨ ਕਾਨੂੰਨ ਦੀ ਸਥਿਤੀ ਠੀਕ ਕਰਨੀ ਪਊਗੀ। ਪਿੱਛੇ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਘਟ ਗਈ ਸੀ ਜਦੋਂ ਰੌਲੇ ਬਹੁਤ ਪਏ ਅੰਮ੍ਰਿਤਸਰ ਦੇ ਨਜ਼ਰੀਏ ਤੋਂ ਕੁਝ ਚੀਜ਼ਾਂ ਹੋਈਆਂ। ਮੈਂ ਸਮਝਣਾ ਚਾਹੂੰਗਾ ਇਸ ਮਾਮਲੇ 'ਚ ਸਰਕਾਰ ਤੋਂ ਕਿ ਆਪਣੀ ਤਰਜੀਹ ਨੂੰ ਸਾਰਿਆਂ ਦੇ ਸਨਮੁਖ ਕਰੋ ਕਿ ਤੁਸੀਂ ਇਹਨਾਂ ਮਾਮਲਿਆਂ ਨੂੰ ਕਿਵੇਂ ਐਡਰੈਸ ਕਰ ਰਹੇ ਹੋ। ਨਸ਼ੇ ਵਾਲਾ ਮਾਮਲਾ ਕ੍ਰਾਈਮ ਲੈ ਕੇ ਆਉਂਦਾ ਤੇ ਕ੍ਰਾਈਮ ਦੇ ਨਾਲ ਸਟੇਟ 'ਚੋਂ ਇਨਵੈਸਟਮੈਂਟ ਭੱਜ ਰਹੀ ਆ, ਤੇ ਅਸੀਂ ਲਗਭਗ ਸਟੇਟ ਨੂੰ ਇੱਕ ਬੌਧਿਕ ਜਿਹੜੀ ਕੰਗਾਲੀ ਵਾਲੇ ਪਾਸੇ ਤੁਰਤਾ
ਬਹੁਤੇ ਬੰਦੇ ਇੱਥੇ ਰੁਕਣਾ ਨਹੀਂ ਚਾਹ ਰਹੇ। ਚੰਗੇ ਲੇਖਕ, ਚੰਗੇ ਕਲਾਕਾਰ, ਚੰਗੇ ਫਿਲਾਸਫਰ ਹੁਣ ਇੱਥੇ ਨਹੀਂ ਗਏ, ਔਰ ਜਿੰਨੇ ਲੋਕ ਰਿਟਾਇਰ ਹੋ ਰਹੇ ਆ ਉਹ ਹੌਲੀ ਹੌਲੀ ਆਪਣਾ ਸਰਮਾਇਆ ਲੈ ਕੇ ਵੀ ਬਾਹਰ ਨੂੰ ਤੁਰੇ ਜਾ ਰਹੇ ਆ। ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਧੰਨਵਾਦ ਜੀ।